ਜਿਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ। ਮੂਕ ਉਚਰੈ ਸਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੁ ਸੁਣੈ, ਜੋ ਕਾਲ ਕਿਰਪਾ ਕਰੈ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਂਹਦੈ ਸਾਹੁ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੁ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੁ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ। ਜਾਉ ਤੁਕੇ ਮਾਏ ਬਾਪ ਕੋ ਬੇਟਾ ਨੀਕਾ, ਸਸੁਰਾ ਚਤੁਰ ਜੁਆਈ। ਬਾਲ ਕੰਨਿਆ ਕਉ ਬਾਪ ਪਿਆਰਾ, ਭਾਈ ਕਉ ਅਤ ਭਾਈ। ਮਾਏ ਬਾਪ ਕੋ ਬੇਟਾ ਨੀਕਾ, ਸਸੁਰਾ ਚਤੁਰ ਜਵਾਈ। ਬਾਲ ਕੰਨਿਆ ਕਉ ਬਾਪ ਪਿਆਰਾ, ਭਾਈ ਕਉ ਅਤ ਭਾਈ। ਹੁਕਮ ਭਇਆ ਬਾਹਰ ਕਰ ਛੋਡਿਆ, ਖਿਨ ਮਹਿ ਭਈ ਪਰਾਈ। ਨਾਮਦਾਨ ਇਸਨਾਨ ਨ ਮਰਮੁਖ, ਤੇਤ ਤਨ ਧੂੜ ਤੁਮਾਈ। ਮਨ ਮਾਨਿਆ ਨਾਮ ਸਖਾਈ, ਪਾਏ ਪਰਾਉ ਗੁਰ ਕੈ ਬਲਿਹਾਰਾ। ਜਿਨ ਸਾਚੀ ਬੂਝ ਬੁਝਾਈ, ਮਨ ਮਾਨਿਆ ਨਾਮ ਸਖਾਈ। ਪਾਏ ਪਰਉ ਗੁਰ ਕੈ ਬਲਿਹਾਰਾ, ਜਿਨ ਸਾਚੀ ਬੂਝ ਬੁਝਾਈ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ, ਸਮੁੱਚੀ ਕਾਇਨਾਤ ਦੇ ਸਾਂਝੇ ਰਹਿਬਰ, ਖੱਤਰੀ ਬ੍ਰਾਹਮਣ ਉਪਦੇਸ਼, ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ ਚਹੁ ਵਰਨਾ ਕੋ ਸਾਂਝਾ। ਐਸਾ ਉਪਦੇਸ਼ ਬਖਸ਼ਣ ਵਾਲੇ ਜੁਗੋ ਜੁਗ ਅਟਲ ਗਰੀਬ ਨਵਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਹੋਏ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਦੇ ਲਈ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਦੂਰੋਂ ਨੇੜਿਓਂ ਚੱਲ ਕੇ ਆਏ ਗੁਰੂ ਪਿਆਰ ਵਾਲੇ ਸਤ ਸੰਗੀ ਜਨੋ, ਬੜਭਾਗੇ ਹੋ ਜਿੱਥੇ ਆਪ ਇੱਥੇ ਸਰੀਰ ਕਰਕੇ ਹਾਜ਼ਰੀਆਂ ਭਰ ਰਹੇ ਹੋ। ਉੱਥੇ ਬੇਅੰਤ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ
ਤਨ ਕਰਕੇ ਆਪਣੇ ਘਰਾਂ ਵਿੱਚ ਬੈਠ ਕੇ ਚੈਨਲ ਮਾਧਿਅਮ ਰਾਹੀਂ ਸੁਣ ਰਹੀਆਂ, ਪਰ ਮਨ ਕਰਕੇ ਗੁਰੂ ਦੇ ਨਾਲ ਇੱਥੇ ਮੰਜੀ ਸਾਹਿਬ ਦੀਵਾਨ ਹਾਲ ਸਤਿਗੁਰਾਂ ਦੇ ਚਰਨ ਸ਼ਰਨ ਵਿੱਚ ਜੁੜੀਆਂ ਹੋਈਆਂ। ਸਮੁੱਚੀਆਂ ਸੰਗਤਾਂ ਬਦਭਾਗੀ ਹਨ। ਭੂਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰ ਬਦਭਾਗੀ ਪਾਇਆ। ਉੱਜੜ ਜਾਂਦਿਆਂ ਨੂੰ ਜਿਸ ਸਤਿਗੁਰੂ ਨੇ ਭੁੱਲੇ ਹੋਇਆਂ ਨੂੰ ਸਿੱਧੇ ਮਾਰਗ ਪਾਇਆ, ਵੱਡੇ ਭਾਗਾਂ ਨਾਲ ਗੁਰ ਪੂਰਾ ਭੇਟਿਓ ਬਦਭਾਗੀ, ਮਨ ਹੈ ਭਇਆ ਪ੍ਰਗਾਸਾ। ਅਵਿਦਿਆ ਦੀ ਅਗਿਆਨਤਾ ਦੇ ਹਨੇਰੇ ਦੀ ਨੀਂਦ ਵਿੱਚ ਅਸੀਂ ਸੁੱਤੇ ਹੋਏ ਸੀ। ਗੁਰੂ ਨੇ ਕਿਰਪਾ ਕਰਕੇ ਗਿਆਨ ਅੰਜਨ ਗੁਰ ਦਿਆ, ਅਗਿਆਨ ਅੰਧੇਰ ਵਿਨਾਸ਼। ਗਿਆਨ ਦਾ ਸੁਰਮਾ ਸਾਡੇ ਮਨ ਤੇ ਬੁੱਧ ਰੂਪੀ ਨੇਤਰਾਂ ਵਿੱਚ ਪਾ ਕੇ ਜੋ ਪਰਲੋਕ ਦਾ ਪਰਮਾਰਥ ਦਾ ਰਸਤਾ ਹੈ, ਉਸ ਦੇ ਸਾਨੂੰ ਪਾਂਧੀ ਬਣਾਇਆ ਤੇ ਉਹ ਰਸਤਾ ਸਾਨੂੰ ਸੁਖੈਣ ਕਰ ਦਿੱਤਾ। ਨਹੀਂ ਤਾਂ ਸੰਸਾਰ ਦੇ ਅੰਦਰ ਬੜੇ ਪਖੰਡੀਆਂ ਵੱਲੋਂ ਭਰਮ ਜਾਲ ਪਾਏ ਹੋਏ, ਜਿਵੇਂ ਸ਼ਿਕਾਰੀ ਜਾਲ ਪਾ ਕੇ ਪੰਛੀਆਂ ਨੂੰ ਫਸਾ ਲੈਂਦਾ ਹੈ, ਪਕੜ ਕੇ ਉਹਨਾਂ ਨੂੰ ਪਿੰਜਰੇ ਵਿੱਚ ਪਾ ਲੈਂਦਾ ਤੇ ਆਪਣੀ ਮਰਜ਼ੀ ਅਨੁਸਾਰ ਚਲਾਉਂਦਾ ਹੈ। ਇਵੇਂ ਜਿਹੜੇ ਪਖੰਡੀ ਨੇ ਉਹ ਆਪਣੇ ਸ਼ਰਨ ਵਿੱਚ ਆਏ ਹੋਏ ਭੋਲੇ ਭਾਲੇ ਲੋਕਾਂ ਨੂੰ ਆਪਣੇ ਭਰਮ ਜਾਲ ਵਿੱਚ ਫਸਾ ਕਰਕੇ ਆਪਣੀ ਸ਼ਰਨ ਰੂਪੀ ਪਿੰਜਰੇ 'ਚ ਪਾ ਲੈਂਦੇ ਆ ਤੇ ਆਪਣੀ ਮਰਜ਼ੀ ਅਨੁਸਾਰ ਉਹਨਾਂ ਦਾ ਸ਼ੋਸ਼ਣ ਕਰਦੇ ਆ। ਪਰ ਵੱਡੇ ਭਾਗਾਂ ਵਾਲੇ ਆ ਜਿਹੜੇ ਪੂਰੇ ਸਤਿਗੁਰੂ ਦੀ ਸ਼ਰਨ ਵਿੱਚ ਆਉਂਦੇ ਆ, ਪੂਰੀ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਸਤਿਗੁਰੂ ਦਾ ਉਪਦੇਸ਼ ਸੁਣਦੇ ਆ ਤੇ ਸਤਿਗੁਰੂ ਤੋਂ ਉਪਦੇਸ਼ ਲੈ ਕਰਕੇ ਜੀਵਨ ਵਿੱਚ ਮੰਨਦੇ ਆ, ਮੰਨ ਕੇ ਹਿਰਦੇ 'ਚ ਵਸਾ ਕੇ ਕਮਾਉਂਦੇ ਆ। ਐਸੇ ਸਤਿਗੁਰੂ ਦਾ ਗਰੀਬ ਨਵਾਜ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਿਆ ਹੋਇਆ ਸ਼ਬਦ, ਜਿਸ ਦੇ ਰਹਾਉ ਦੇ ਬੰਦ ਵਿੱਚ ਸਤਿਗੁਰੂ ਮਹਾਰਾਜ ਨੇ ਬਚਨ ਕੀਤਾ, ਮਨ ਮਾਨਿਆ ਨਾਮ ਸਖਾਈ, ਪਾਏ ਪਰੋਂ ਗੁਰ ਕੈ ਬਲਿਹਾਰੈ, ਜਿਨ ਸਾਚੀ ਬੂਝ ਬੁਝਾਈ। ਐਸੇ ਗੁਰੂ ਤੋਂ ਮੈਂ ਬਲਿਹਾਰ ਜਾਣਾ, ਕੁਰਬਾਨ ਜਾਣਾ, ਜਿਹਨੇ ਸੱਚੀ ਸਿੱਖਿਆ ਦਿੱਤੀ, ਸੱਚੀ ਸਮਝ ਬਖਸ਼ੀ, ਸੱਚੀ ਸੋਝੀ ਬਖਸ਼ੀ। ਬਲਿਹਾਰੀ ਗੌੜੇ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨ ਲਾਗੀ ਬਾਰ। ਐਸੇ ਪੂਰੇ ਸਤਿਗੁਰੂ ਤੋਂ ਮੈਂ ਕੁਰਬਾਨ ਜਾਣਾ, ਬਲਿਹਾਰ ਜਾਣਾ, ਜਿਸ ਸਤਿਗੁਰੂ ਨੇ ਮੈਨੂੰ ਸੱਚਾ ਨਾਮ ਗੁਰਮੰਤਰ ਦੇ ਰੂਪ ਵਿੱਚ ਬਖਸ਼ਿਆ। ਆਪਣੇ ਤਨ ਨਾਲ ਨਹੀਂ ਜੋੜਿਆ, ਆਪਣੇ ਨਾਲ ਨਹੀਂ ਜੋੜਿਆ, ਸਗੋਂ ਅਕਾਲ ਪੁਰਖ ਦੇ ਨਾਲ ਜੋੜਿਆ। ਸਾਨੂੰ ਅਕਾਲ ਪੁਰਖ ਦੀ ਫੌਜ ਵਿੱਚ ਸ਼ਾਮਲ ਕੀਤਾ, ਅਕਾਲ ਪੁਰਖ ਦੇ ਸਿਪਾਹੀ ਬਣਾਇਆ, ਅਕਾਲ ਦੇ ਸਿੱਖ ਬਣਾਇਆ, ਅਕਾਲ ਦੇ ਪੁਜਾਰੀ ਬਣਾਇਆ। ਸਾਨੂੰ ਪੱਥਰਾਂ ਦੇ, ਦਰਖਤਾਂ ਦੇ, ਪਸ਼ੂਆਂ ਦੇ ਪੂਜਕ ਨਹੀਂ ਬਣਾਇਆ। ਐਸੇ ਗੁਰੂ ਤੋਂ ਮੈਂ ਬਲਿਹਾਰ ਜਾਣਾ, ਕੁਰਬਾਨ ਜਾਣਾ, ਜਿਹਨੇ ਸੱਚੀ ਸੋਝੀ ਬਖਸ਼ੀ ਜੀਵਨ ਦੀ, ਜੀਵਨ ਜਾਚ ਬਖਸ਼ੀ। ਉਸ ਗੁਰੂ ਦੀ ਕਿਰਪਾ ਕਰਕੇ ਮੇਰਾ ਹੁਣ ਮਨ, ਜਿਹੜਾ ਪਹਿਲੋਂ ਵਿਸ਼ੇ ਵਿਕਾਰਾਂ ਵਿੱਚ ਸੀ, ਕਿਤੇ ਰੂਪ ਵੇਖਣ ਵਿੱਚ ਸੀ, ਕਿਤੇ ਗੰਧਨ ਬੈਣ ਸੁਣਨ ਵਿੱਚ ਸੀ, ਮੇਰਾ ਮਨ ਹੁਣ ਨਾਮ ਨੂੰ ਧਿਆਉਣ ਦੇ ਵਿੱਚ ਸੁਰਤ ਜੋੜ ਕੇ, ਚਿੱਤ ਜੋੜ ਕੇ ਲੱਗਦਾ ਹੈ, ਮਨ ਇਕਾਗਰ ਹੋ ਜਾਂਦਾ ਹੈ। ਸਤਿਗੁਰੂ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹ ਪਾਵਨ ਸ਼ਬਦ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਆ। ਆਓ ਜਿੱਥੇ ਤਨ ਕਰਕੇ ਹਾਜ਼ਰ ਹੋਏ ਹੋ, ਉੱਥੇ ਸਾਰੀਆਂ ਸੰਗਤਾਂ ਮਨ ਨੂੰ ਵੀ ਇਕਾਗਰ ਕਰੀਏ। ਮਨ ਨੂੰ, ਚਿਤਵਨੀਆਂ ਨੂੰ, ਆਪਣੀਆਂ ਸੁਰਤੀਆਂ ਵਿਰਤੀਆਂ ਨੂੰ ਸੰਕੋਚ ਕਰਕੇ ਗੁਰੂ ਚਰਨਾਂ ਵਿੱਚ ਸ਼ਬਦ ਵਿੱਚ ਇਕਾਗਰ ਕਰੀਏ, ਸ਼ਬਦ ਵਿੱਚ ਜੋੜੀਏ।
ਇਹਦਾ ਸਾਧਨ ਹੈ ਵਾਹਿਗੁਰੂ ਗੁਰਮੰਤਰ। ਇਸ ਲਈ ਸਾਰੇ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ। ਚਾਉ ਤੁਕੇ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਦਿ ਨਿਰੰਜਨ ਗੁਰੂ ਆਪ ਪਰਮੇਸ਼ਰ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਆਪ ਨਿਰੰਕਾਰ ਆਪ ਪਰਮੇਸ਼ਰ ਆਪ ਅਕਾਲ ਪੁਰਖ ਵਾਹਿਗੁਰੂ ਨੇ ਕਲਯੁਗ ਦੇ ਵਿੱਚ ਅਵਤਾਰ ਧਾਰ ਕੇ ਆਪਣਾ ਨਾਮ ਗੁਰੂ ਨਾਨਕ ਰਖਾਇਆ। ਗੁਰੂ ਨਾਨਕ ਗਰੀਬ ਨਵਾਜ ਨੇ ਜਗਤ ਜਲੰਦੇ ਨੂੰ ਠਾਰਨ ਦੇ ਲਈ ਤਾਰਨ ਦੇ ਲਈ ਇਹ ਪਾਵਨ ਸ਼ਬਦ ਸੋਰਠ ਰਾਗ ਦੇ ਅੰਦਰ ਪਾਵਨ ਅੰਗ 596 ਦੇ ਉੱਪਰ ਉਚਾਰਨ ਕੀਤਾ ਹੈ। ਮਾਏ ਬਾਪ ਕੋ ਬੇਟਾ ਨੀਕਾ ਸਸੁਰਾ ਚਤੁਰ ਜਵਾਈ। ਇਹ ਚਾਰ ਚਾਰ ਤੁਕਾਂ ਵਾਲੇ ਸ਼ਬਦ ਨੇ, ਚਾਰ ਪਦੇਸ਼ ਸ਼ਬਦ ਦੇ ਹਨ। ਸਤਿਗੁਰੂ ਮਹਾਰਾਜ ਕਹਿੰਦੇ ਇਹ ਜਿਹੜਾ ਜੀਵ ਹੈ ਜਿਸ ਵੇਲੇ ਪੈਦਾ ਹੁੰਦਾ ਹੈ ਉਸ ਵੇਲੇ ਘਰ ਵਿੱਚ ਬੜੀਆਂ ਖੁਸ਼ੀਆਂ ਹੁੰਦੀਆਂ। ਮਾਤਾ ਪਿਤਾ ਸਾਕ ਸੰਬੰਧੀ ਰਿਸ਼ਤੇਦਾਰ ਖੁਸ਼ੀਆਂ ਮਨਾਉਂਦੇ ਆ। ਬੱਚਾ ਜਨਮ ਲੈਣ ਸਾਲ ਕਲਕਾਰੀਆਂ ਮਾਰਦਾ ਹੈ, ਰੋਂਦਾ ਹੈ, ਪਰ ਮਾਤਾ ਪਿਤਾ ਖੁਸ਼ੀਆਂ ਮਨਾਉਂਦੇ ਆ। ਮਾਂ ਬਾਪ ਫੁੱਲੇ ਨਹੀਂ ਸਮਾਉਂਦੇ ਜਿਸ ਵੇਲੇ ਬੱਚੇ ਦਾ ਜਨਮ ਹੁੰਦਾ ਹੈ। ਜਿਨ੍ਹਾਂ ਦੇ ਸ਼ਾਦੀ ਤੋਂ ਬਾਅਦ ਕੁਝ ਸਮੇਂ ਬਾਅਦ ਔਲਾਦ ਹੁੰਦੀ ਹੈ ਉਹਨਾਂ ਲਈ ਤਾਂ ਜਿਵੇਂ ਕਿਸੇ ਸਾਧੂ ਨੂੰ ਬ੍ਰਹਮ ਗਿਆਨ ਹੋ ਗਿਆ ਉਵੇਂ ਗ੍ਰਸਤੀ ਨੂੰ ਪੁੱਤਰ ਦੀ ਪ੍ਰਾਪਤੀ ਹੋ ਗਈ। ਇੰਨੀ ਖੁਸ਼ੀ ਮਨਾਉਂਦੇ ਆ ਗ੍ਰਸਤੀ। ਮਾਏ ਬਾਪ ਕੋ ਬੇਟਾ ਨੀਕਾ। ਨੀਕਾ ਦਾ ਅਰਥ ਚੰਗਾ ਲੱਗਣਾ, ਭਾਉਣਾ। ਜਦੋਂ ਜਨਮ ਹੋਇਆ ਬੇਟਾ ਮਹਾਰਾਜ ਕਹਿੰਦੇ ਮਾਂ ਪਿਓ ਨੂੰ ਬੜਾ ਚੰਗਾ ਲੱਗਦਾ, ਬੜਾ ਪਿਆਰ ਕਰਦੇ ਆ, ਦੁਲਾਰ ਕਰਦੇ ਆ, ਬੜੇ ਲਾਡ ਲੜਾਉਂਦੇ ਆ। ਪਿਆਰ ਵਿੱਚ ਕਦੇ ਕੁਝ ਨਾਂ ਰੱਖਦੇ ਆ, ਕਦੇ ਕਿਵੇਂ ਬੁਲਾਉਂਦੇ ਆ, ਕਦੇ ਕਿਵੇਂ ਪਿਲਾਉਂਦੇ ਆ, ਖਿਡਾਉਂਦੇ ਆ, ਖਵਾਉਂਦੇ ਆ, ਨਹਾਉਂਦੇ ਆ। ਬੜੇ ਤਰੀਕਿਆਂ ਨਾਲ ਬੱਚੇ ਨਾਲ ਪਿਆਰ ਕਰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਫਿਰ ਜਵਾਨ ਹੋ ਜਾਂਦਾ ਹੈ, ਜਵਾਨ ਹੋਣ ਤੋਂ ਫਿਰ ਉਹਦੇ ਮਾਪਿਓ ਦੀ ਸ਼ਾਦੀ ਕਰ ਦਿੰਦੇ ਆ, ਵਿਆਹ ਕਰ ਦਿੰਦੇ ਆ। ਗ੍ਰਸਥ ਆਸ਼ਰਮ ਦੇ ਵਿੱਚ ਪ੍ਰਵੇਸ਼ ਹੋ ਜਾਂਦਾ ਹੈ। ਸਕਲ ਧਰਮ ਹੈ ਗ੍ਰਸਥ ਪ੍ਰਧਾਨ ਹੈ। ਗ੍ਰਸਤੀ ਨੂੰ ਗੁਰੂ ਨਾਨਕ ਸਾਹਿਬ ਨੇ ਵੱਡੀ ਵਡਿਆਈ ਬਖਸ਼ੀ ਹੈ। ਮਹਾਰਾਜ ਕਹਿੰਦੇ ਸਾਰੇ ਧਰਮਾਂ ਚੋਂ ਗ੍ਰਸਤੀ ਉੱਚਾ ਹੈ। ਜਦੋਂ ਗ੍ਰਸਤੀ ਹੋ ਜਾਂਦਾ ਹੈ, ਜਿਹੜਾ ਪਹਿਲਾਂ ਮਾਪਿਆਂ ਨੂੰ ਪਿਆਰਾ ਸੀ ਉਹੀ ਫਿਰ ਸਹੁਰੇ ਨੂੰ ਤੇ ਸੱਸ ਨੂੰ ਪਿਆਰਾ ਲੱਗਣ ਲੱਗ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੇਖੋ ਸਸੁਰ ਹੈ ਚਤੁਰ ਜਵਾਈ। ਚਤੁਰ ਸਿਆਣਾ, ਚਤੁਰ ਦਾ ਅਰਥ ਸਿਆਣਾ। ਫਿਰ ਸਹੁਰਾ ਚਾਰ ਬੰਦਿਆਂ 'ਚ ਬੈਠਾ ਕਹਿੰਦਾ ਵੀ ਮੇਰਾ ਜਵਾਈ ਬੜਾ ਸਿਆਣਾ, ਬੜਾ ਵੱਡਾ ਅਫਸਰ ਲੱਗਿਆ, ਬੜੀਆਂ ਵੱਡੀਆਂ ਵੱਡੀਆਂ ਡਿਗਰੀਆਂ ਨੇ ਇਸ ਕੋਲ, ਬੜੇ ਵੱਡੇ ਅਹੁਦੇ ਤੇ ਬੈਠਾ ਮੇਰਾ ਜਵਾਈ। ਸੱਸ ਤੇ ਸਹੁਰਾ ਫਿਰ ਉਸੇ ਤੇ ਮਾਣ ਕਰਦੇ ਆ, ਫੁੱਲੇ ਨਹੀਂ ਸਮਾਉਂਦੇ। ਪਹਿਲੋਂ ਮਾਪੇ ਨਹੀਂ ਸੀ ਫੁੱਲੇ ਸਮਾਉਂਦੇ। ਮਹਾਰਾਜ ਕਹਿੰਦੇ ਹੁਣ ਜਿਹੜਾ ਅੱਗੇ ਸੱਸ ਸਹੁਰਾ ਹੈ ਉਹ ਵੀ ਆਪਣੇ ਜਵਾਈ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਬਹੁਤ ਸਨੇਹ ਕਰਦੇ ਆ, ਮੋਹ ਕਰਦੇ ਆ। ਉਹੀ ਤਨ ਪਹਿਲਾਂ ਮਾਪਿਆਂ ਨੂੰ ਚੰਗਾ ਲੱਗਦਾ ਸੀ, ਹੁਣ ਸਹੁਰਿਆਂ ਨੂੰ ਚੰਗਾ ਲੱਗਦਾ। ਬਾਲ ਕੰਨਿਆ ਕਉ ਬਾਪ ਪਿਆਰਾ। ਮਹਾਰਾਜ ਕਹਿੰਦੇ ਫਿਰ ਉਹਦੇ ਅੱਗੇ ਬੱਚੇ ਹੋ ਜਾਂਦੇ ਆ। ਬੱਚੇ ਬਾਲ ਕੰਨਿਆ ਕੋ, ਬਾਲ ਭਾਵੇਂ ਪੁੱਤਰ ਹੋ ਗਿਆ, ਕੰਨਿਆ ਧੀ ਹੋ ਗਈ। ਪੁੱਤਰ ਤੇ ਧੀ ਸਤਿਗੁਰੂ ਜੀ ਨੇ ਬਰਾਬਰਤਾ ਬਖਸ਼ੀ ਹੈ ਗੁਰੂ ਨਾਨਕ ਦੇ ਘਰ ਦੇ ਵਿੱਚ। ਐਸੇ ਵੀ ਲੋਕ ਨੇ ਜਿਹੜੇ ਨਵਜੰਮੇ ਬੱਚਿਆਂ ਨੂੰ ਬੇਲੋੜਾ ਸਮਝ ਕੇ ਥਾਂ ਕੁਥਾਂ ਸੁੱਟ ਦਿੰਦੇ ਆ।
ਜੀਵਨ ਦੇ ਵਿੱਚ ਆਚਰਣ ਤੋਂ ਗਿਰ ਕੇ ਇਹੋ ਜਿਹੀਆਂ ਗਲਤੀਆਂ ਕਰਦੇ ਆ, ਫਿਰ ਉਹ ਗਲਤੀਆਂ ਨੂੰ ਛੁਪਾਉਣ ਦੇ ਲਈ ਪਰਮੇਸ਼ਰ ਦੇ ਭੇਜੇ ਹੋਏ ਜੀਵ ਨੂੰ ਮਾਰਨ ਦੇ ਲਈ ਇਹੋ ਜਿਹੀਆਂ ਥਾਵਾਂ ਤੇ ਸੁੱਟ ਦਿੰਦੇ ਆ ਜਿੱਥੇ ਉਹਦਾ ਵਾਲੀ ਵਾਰਸ ਨਹੀਂ ਹੁੰਦਾ। ਪਰ ਸਮਾਜ ਦੇ ਵਿੱਚ ਕੁਝ ਐਸੇ ਵੀ ਚੰਗੇ ਨੇ, ਪੁੰਨੀ ਪੁਰਖ ਨੇ, ਜਦੋਂ ਉਹਨਾਂ ਨੂੰ ਉਹ ਬੱਚੇ ਮਿਲ ਜਾਂਦੇ ਉਹਨਾਂ ਦੀ ਸੰਭਾਲ ਕਰਦੇ ਆ। ਅਕਸਰ ਆਪਾਂ ਸਮਾਜ ਦੇ ਵਿੱਚ ਖਬਰਾਂ ਸੁਣਦੇ ਆ ਪਿੱਛੇ ਜੇ ਇੱਕ ਮੈਂ ਸੁਣੀ ਗੱਲ, ਬੱਚਾ ਕਿਸੇ ਨੇ ਨਵ ਜੰਮਿਆ ਹੋਇਆ ਬੱਚਾ ਨਾਲੇ ਦੇ ਵਿੱਚ ਸੁੱਟ ਦਿੱਤਾ ਤੇ ਉਹ ਨਾਲੇ ਦੇ ਵਿੱਚ ਕਾਗਜ਼ਾਂ ਦੇ ਉੱਪਰ, ਪੱਤਿਆਂ ਦੇ ਉੱਪਰ ਬੱਚਾ ਪਿਆ ਸੀ ਪਾਣੀ ਦੇ ਵਹਿਣ ਦੇ ਵਿੱਚ। ਕਾਗਜ਼ ਚੁਗਣ ਵਾਲਿਆਂ ਨੇ ਉੱਥੋਂ ਕੱਢਿਆ ਤੇ ਉਹ ਇੱਕ ਸਮਾਜ ਸੇਵੀ ਮਨੁੱਖ ਕੋਲ ਪਹੁੰਚਦਾ ਕੀਤਾ। ਉਹ ਆਖਰ ਨੂੰ ਕਿਸੇ ਮਾਂ ਨੇ ਤਾਂ ਜਨਮ ਦਿੱਤਾ ਹੀ ਹੈ ਨਾ, ਉਹਦਾ ਕੋਈ ਪਿਤਾ ਤਾਂ ਹੋਵੇਗਾ ਨਾ, ਪਰ ਉਹਨਾਂ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ, ਸੁੱਟ ਦਿੱਤਾ। ਹੈ ਤਾਂ ਪਰਮੇਸ਼ਰ ਦਾ ਜੀਵ, ਭਾਵੇਂ ਉਹ ਧੀ ਹੈ ਭਾਵੇਂ ਪੁੱਤਰ ਹੈ। ਕਈ ਐਸੇ ਵੀ ਨੇ ਸ਼ਾਦੀ ਨੂੰ ਕਈ ਸਾਲ ਹੋ ਗਏ, ਬੜੇ ਯਤਨ ਕਰਦੇ ਆ ਵੀ ਸਾਡੇ ਧੀ ਹੋ ਜੇ, ਪੁੱਤਰ ਹੋ ਜੇ, ਪਰ ਉਹਨਾਂ ਨੂੰ ਔਲਾਦ ਦਾ ਸੁੱਖ ਨਹੀਂ ਮਿਲ ਰਿਹਾ। ਗੁਰੂ ਨਾਨਕ ਦੇ ਘਰ 'ਚ ਇਹ ਵੀ ਬਖਸ਼ਿਸ਼ ਕੀਤੀ ਹੈ, ਬਾਬਾ ਬੁੱਢਾ ਜੀ ਨੂੰ ਵਡਿਆਈ ਬਖਸ਼ੀ ਹੈ ਮਹਾਰਾਜ ਨੇ। ਮੈਂ ਇਸ ਪਾਸੇ ਨਾ ਜਾਵਾਂ। ਮਹਾਰਾਜ ਕਹਿੰਦੇ ਜਿਹੜਾ ਪਹਿਲਾਂ ਮਾਤਾ ਪਿਤਾ ਨੂੰ ਬਾਲ ਪਿਆਰਾ ਲੱਗਦਾ ਸੀ, ਫਿਰ ਸੱਸ ਸਹੁਰੇ ਨੂੰ ਸਹੁਰੇ ਪਰਿਵਾਰ 'ਚ ਪਿਆਰਾ ਲੱਗਣ ਲੱਗ ਗਿਆ, ਉਹੀ ਤਨ ਉਹੀ ਸਰੀਰ। ਫਿਰ ਜਦੋਂ ਉਹਦੀ ਸ਼ਾਦੀ ਹੋਣ ਤੋਂ ਬਾਅਦ ਬੱਚੇ ਹੋਏ, ਉਹ ਬੱਚਿਆਂ ਨੂੰ ਫਿਰ ਉਹ ਤਨ ਪਿਤਾ ਪਿਆਰਾ ਲੱਗਣ ਲੱਗ ਪਿਆ। ਮਾਂ ਬਾਪ ਤੋਂ ਬਾਅਦ ਸੱਸ ਸਹੁਰਾ, ਸੱਸ ਸਹੁਰੇ ਤੋਂ ਬਾਅਦ ਬੱਚੇ ਧੀਆਂ ਪੁੱਤਰ। ਕੰਨਿਆ ਕਹਿੰਦੀ ਹੈ ਵੀ ਮੇਰਾ ਪਿਤਾ ਮੈਨੂੰ ਬਹੁਤ ਪਿਆਰ ਕਰਦਾ ਹੈ, ਪੁੱਤਰ ਕਹਿੰਦਾ ਵੀ ਮੇਰੇ ਪਿਤਾ ਵਰਗਾ ਕੋਈ ਪਿਤਾ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਬਾਲ ਕੰਨਿਆ ਕੋ ਬਾਪ ਪਿਆਰਾ। ਇਉਂ ਜਦੋਂ ਬਾਪ ਬਣ ਗਿਆ ਫਿਰ ਉਹ ਧੀਆਂ ਪੁੱਤਰਾਂ ਨੂੰ ਪਿਆਰਾ ਲੱਗਣ ਲੱਗ ਪਿਆ। ਭਾਈ ਕਉ ਅਤ ਭਾਈ, ਜਿਹੜੇ ਉਹਦੇ ਭਾਈ ਭੈਣ ਭਰਾ ਉਹ ਵੀ ਉਹਦੇ ਨਾਲ ਪਿਆਰ ਕਰਦੇ ਆ, ਇਹ ਸਾਡਾ ਭਾਈ ਹੈ, ਮਾਣ ਕਰਦੇ ਕਈ ਭਾਈ ਇੱਕ ਦੂਜੇ ਨਾਲ। ਪਰ ਕਲਯੁਗ ਦਾ ਸਮਾਂ ਐਸਾ ਆ ਗਿਆ, ਅੱਜ ਭਾਈ ਨੂੰ ਵੇਖ ਕੇ ਭਾਈ ਰਾਜੀ ਨਹੀਂ ਹੈ। ਇਹੋ ਜਿਹੇ ਅਣਗਿਣਤ ਕੇਸ ਅਦਾਲਤਾਂ 'ਚ ਚੱਲ ਰਹੇ ਆ, ਭਾਈ ਨੇ ਭਾਈ ਤੇ ਕੇਸ ਕੀਤਾ ਹੋਇਆ, ਭਾਈ ਦਾ ਹੱਕ ਮਾਰ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਾਂ ਕਿਹਾ ਨਾ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਹੱਕ ਪਰਾਇਆ, ਮਹਾਰਾਜ ਕਹਿੰਦੇ ਪਰਾਇਆ ਹੱਕ ਜੇ ਮੁਸਲਮਾਨ ਖਾਂਦਾ ਹੈ, ਮੁਸਲਮਾਨ ਸੂਰ ਦਾ ਨਾਮ ਨਹੀਂ ਲੈਂਦਾ, ਸੂਰ ਦੀ ਉਹਨੂੰ ਆਣ ਹੈ। ਪਰਾਇਆ ਹੱਕ ਖਾਣਾ ਮਹਾਰਾਜ ਕਹਿੰਦੇ ਜੇ ਮੁਸਲਮਾਨ ਹੈ ਉਹਨੂੰ ਸੂਰ ਦੇ ਖਾਣ ਦੇ ਬਰਾਬਰ ਹੈ। ਸਨਾਤਨੀ ਵੀਰ, ਹਿੰਦੂ ਵੀਰ ਗਊ ਦੀ ਆਣ ਮੰਨਦੇ ਆ, ਗਊ ਦੀ ਸਹੁੰ ਖਾਂਦੇ ਆ, ਗਊ ਨੂੰ ਮੰਨਦੇ ਪੂਜਦੇ ਆ। ਮਹਾਰਾਜ ਕਹਿੰਦੇ ਜਿਹੜਾ ਹਿੰਦੂ ਪਰਾਇਆ ਹੱਕ ਖਾਂਦਾ ਹੈ ਉਹਨੂੰ ਗਊ ਦੇ ਮਾਸ ਖਾਣ ਦੇ ਤੁੱਲ ਪਾਪ ਹੈ। ਹੱਕ ਪਰਾਇਆ, ਉਹ ਪਰਾਏ ਹੱਕ ਦੀ ਥਾਂ ਤੇ ਆਪਣੇ ਹੀ ਜਿਹੜੇ ਭੈਣ ਭਰਾ ਨੇ ਉਹਨਾਂ ਦਾ ਹੱਕ ਖਾਈ ਜਾਂਦਾ, ਉਹਨਾਂ ਦਾ ਥਾਂ ਦੱਬ ਲਿਆ, ਉਹਨਾਂ ਦੀ ਜ਼ਮੀਨ ਦੱਬ ਲਈ। ਭੈਣ ਭਰਾ ਵਿਦੇਸ਼ ਗਏ ਹੋਏ ਆ, ਇੱਥੋਂ ਵਾਲਿਆਂ ਨੇ ਮਕਾਨ ਦੱਬ ਲਿਆ, ਇੱਥੋਂ ਵਾਲਿਆਂ ਨੇ ਜ਼ਮੀਨ ਦੱਬ ਲਈ। ਬੜੇ ਇਹੋ ਜਿਹੇ ਕੇਸ ਰੋ ਵਿਚਾਰ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹੋ ਹੀ ਤਨ ਕਿਤੇ ਮਾਂ ਪਿਓ ਨੂੰ ਚੰਗਾ ਲੱਗਦਾ ਸੀ, ਫਿਰ ਸਹੁਰੇ ਘਰ 'ਚ ਵੀ ਪਿਆਰ ਹੋਣ ਲੱਗ ਪਿਆ। ਉਹੋ ਹੀ ਤਨ ਮਿੱਟੀ ਦੇ ਸਰੀਰ ਨਾਲ ਬੱਚੇ ਪਿਆਰ ਕਰਨ ਲੱਗ ਪਏ। ਭੈਣ ਭਰਾ ਵੀ ਮਹਾਰਾਜ ਕਹਿੰਦੇ ਉਹੀ ਤਨ ਨੂੰ ਜਦੋਂ ਪਿਆਰ ਕਰਦੇ ਆ। ਹੁਕਮ ਭਇਆ ਬਾਹਰ ਕਰ ਛੋੜਿਆ, ਪਰ ਜਦੋਂ ਸਮਾਂ ਆ ਗਿਆ ਪਰਮੇਸ਼ਰ ਨੇ ਹੁਕਮ ਭੇਜ ਦਿੱਤਾ, ਹੁਕਮ ਭਇਆ ਬਾਹਰ ਘਰ ਛੋੜਿਆ। ਇਹ ਸਰੀਰ ਦੇ ਵਿੱਚੋਂ ਜੀਵ ਆਤਮਾ ਬਾਹਰ ਹੋ ਗਈ, ਅੰਤ ਹੋ ਗਿਆ, ਮੌਤ ਹੋ ਗਈ। ਫਿਰ ਇਹੋ ਹੀ ਜਿਹੜੇ ਰਿਸ਼ਤੇਦਾਰ ਸੀ, ਜੇ ਮਾਂ ਪਿਓ ਜਿਉਂਦੇ ਆ, ਸੱਸ ਸਹੁਰਾ ਜਿਉਂਦੇ ਆ, ਧੀਆਂ ਪੁੱਤਰ ਜਿਉਂਦੇ ਆ, ਇਹੋ ਹੀ ਉਹਨੂੰ ਜਿਹੜੇ ਪਿਆਰ ਕਰਦੇ ਸੀ ਘਰ ਚੋਂ ਚੁੱਕ ਕੇ ਬਾਹਰ ਲੈ ਜਾਂਦੇ ਆ। ਉਹਦਾ ਸੰਸਕਾਰ ਕਰਨ, ਉਹਨੂੰ ਦੱਬਣ,
ਇੱਕ ਦੱਬੀ ਹੈ, ਇੱਕ ਦੱਜੀ ਹੈ। ਮਹਾਰਾਜ ਕਹਿੰਦੇ ਵੱਖਰੇ ਵੱਖਰੇ ਤਰੀਕਿਆਂ ਨਾਲ ਉਹਨੂੰ ਸਾਂਭਣ ਦੇ ਲਈ, ਇੱਕ ਸੰਸਕਾਰ ਕਰਨ ਲਈ ਲੈ ਜਾਂਦੇ ਆ। ਬਾਹਰ ਘਰ ਛੋੜਿਆ, ਉਹਨੂੰ ਘਰ ਤੋਂ ਬਾਹਰ ਫਿਰ ਜਿਹੜੇ ਪਿਆਰ ਕਰਦੇ ਸੀ ਉਹੋ ਹੀ ਲੈ ਜਾਂਦੇ ਆ। ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੇ। ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਇਹੋ ਹੀ ਪਰਿਵਾਰ ਦੇ ਜੀ ਕਹਿੰਦੇ ਆ ਵੀ ਛੇਤੀ ਸੰਸਕਾਰ ਕਰੋ, ਘਰ ਚੋਂ ਕੱਢ ਦਿੰਦੇ ਆ। ਖਿਨ ਮਹਿ ਭਈ ਪਰਾਈ, ਜਿਹੜੇ ਕਹਿੰਦੇ ਸੀ ਇਹ ਮੇਰਾ ਪੁੱਤ ਹੈ, ਇਹ ਮੇਰਾ ਜਮਾਈ ਹੈ, ਇਹ ਮੇਰਾ ਬਾਪ ਹੈ, ਇਹ ਮੇਰਾ ਭਰਾ ਹੈ, ਉਹ ਖਿਨ ਚ ਹੀ ਮਹਾਰਾਜ ਕਹਿੰਦੇ ਪਰਾਇਆ ਹੋ ਜਾਂਦਾ ਹੈ। ਕਾਢੋ ਕਾਢੋ ਹੋਈ, ਇੱਕ ਮਿੰਟ ਚ ਹੀ ਮਹਾਰਾਜ ਕਹਿੰਦੇ ਉਹ ਕਹਿੰਦੇ ਆ ਭਾਈ ਸੂਰਜ ਛਿਪ ਰਿਹਾ, ਛੇਤੀ ਕਰੋ, ਇਹ ਚੋਂ ਬਦਬੂ ਆਉਣ ਲੱਗ ਜਾਵੇਗੀ, ਸੰਸਕਾਰ ਕਰਦੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਖਿਨ ਚ ਹੀ ਉਹ ਦੇਹ ਪਰਾਈ ਹੋ ਜਾਂਦੀ ਹੈ। ਨਾਮ ਦਾਨ ਇਸਨਾਨ ਨ ਮਨਮੁਖ, ਉਹ ਮਨਮੁਖ ਨੇ ਜੀਵਨ ਦੇ ਵਿੱਚ ਨਾ ਨਾਮ ਜਪਿਆ, ਨਾ ਦਾਨ ਕੀਤਾ, ਤੇ ਨਾ ਇਸ਼ਨਾਨ ਆਦਿਕ ਕਰਮ ਕੀਤੇ। ਤਿੰਨ ਕਰਮ ਸਿੱਖੀ ਦੇ ਵਿੱਚ ਪ੍ਰਮੁੱਖ ਮੰਨੇ ਆ, ਗੁਰਮੁਖ, ਨਾਮ, ਦਾਨ, ਇਸ਼ਨਾਨ। ਨਾਮ ਜਪਣਾ, ਦਾਨ ਕਰਨਾ ਤੇ ਫਿਰ ਇਸ਼ਨਾਨ। ਇਹ ਤਿੰਨਾਂ ਕਰਮਾਂ ਨੂੰ ਜੇ ਵਿਚਾਰੀਏ, ਇਸ਼ਨਾਨ ਅੰਮ੍ਰਿਤ ਵੇਲੇ ਦਾ ਸਿੱਖੀ ਚ ਮੰਨਿਆ। ਅੰਮ੍ਰਿਤ ਵੇਲੇ ਉੱਠਣਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਧੰਨ ਗੁਰੂ ਰਾਮਦਾਸ ਜੀ ਸੋਢੀ ਪਾਤਸ਼ਾਹ ਰਹਿਤ ਦੱਸਦੇ ਆ ਸਿੱਖ ਨੂੰ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਸਿੱਖ ਨੇ ਅੰਮ੍ਰਿਤ ਵੇਲੇ ਉੱਠਣ ਸਾਰ ਇਸ਼ਨਾਨ ਕਰਨਾ ਹੈ। ਇਸ਼ਨਾਨ ਜਿੱਥੇ ਤਨ ਦਾ ਕਰਨਾ ਹੈ, ਉੱਥੇ ਫਿਰ ਮਨ ਦਾ ਵੀ ਇਸ਼ਨਾਨ ਕਰਾਉਣਾ, ਨਾਮ ਜਪਣਾ ਹੈ। ਕਈ ਐਸੇ ਆਲਸੀ ਨੇ ਕਈ ਦਿਨ ਇਸ਼ਨਾਨ ਨਹੀਂ ਕਰਦੇ। ਠੰਡੇ ਇਲਾਕਿਆਂ ਦੇ ਵਿੱਚ, ਵਿਦੇਸ਼ਾਂ ਦੇ ਵਿੱਚ ਕਈ ਦਿਨ ਨਹਾਉਂਦੇ ਨਹੀਂ। ਤਨ ਉਹਨਾਂ ਦੇ ਗੋਰੇ ਆ, ਦੇਖਣ ਵਾਲੇ ਨੂੰ ਲੱਗਦਾ ਹੀ ਨਹੀਂ ਵੀ ਇਹ ਨਹਾਤੇ ਨਹੀਂ। ਉਹ 5 ਇਸ਼ਨਾਨਾਂ ਕਰ ਲੈਂਦੇ ਆ, ਮੂੰਹ ਹੱਥ ਧੋ ਲੈਂਦੇ ਆ। 5 ਇਸ਼ਨਾਨਾਂ ਹੁੰਦਾ ਵੀ 2 ਪੈਰ ਧੋ ਲਏ, 2 ਹੱਥ ਧੋ ਲਏ ਤੇ ਮੂੰਹ ਧੋ ਲਿਆ, 5 ਹੋ ਗਏ। ਇਹਨੂੰ 5 ਇਸ਼ਨਾਨਾਂ ਕਹਿੰਦੇ ਆ। ਉਹ ਸਿਆਣਿਆਂ ਨੇ ਇੱਕ ਕਹਾਵਤ ਵੀ ਬਣਾਈ ਹੈ ਇਹੋ ਜਿਹੇ ਆਲਸੀਆਂ ਲਈ। ਕਹਿੰਦੇ 5 ਇਸ਼ਨਾਨਾਂ ਮਹਾ ਕਲਿਆਣਾ, ਨਿਤ ਨਹਾਉਣਾ ਦਲਿੱਦਰੀ। ਕਹਿੰਦੇ ਵੀ ਰੋਜ਼ ਨਹੀਂ ਨਹਾਈਦਾ, ਰੋਜ਼ ਤਾਂ ਦਲਿੱਦਰੀ ਨਹਾਉਂਦੇ ਆ। 5 ਇਸ਼ਨਾਨਾਂ ਮਹਾ ਕਲਿਆਣਾ, ਨਿਤ ਨਹਾਉਣਾ ਦਲਿੱਦਰੀ। ਹਫ਼ਤੇ ਬਾਅਦ ਕੋਈ ਨਹਾਵੇ, ਮਹੀਨੇ ਬਾਅਦ ਉਦਮੀ। ਕਹਿੰਦੇ ਜਿਹੜਾ ਮਹੀਨੇ ਬਾਅਦ ਨਹਾਉਂਦਾ ਉਹਦਾ ਬਹੁਤ ਵੱਡਾ ਉਦਮੀ ਆ। ਇਹੋ ਜਿਹੇ ਵੀ ਮੂਰਖ ਨੇ। ਪਰ ਗੁਰਸਿੱਖ ਨੂੰ ਹੁਕਮ ਕੀਤਾ ਕਿ ਅੰਮ੍ਰਿਤ ਵੇਲੇ ਉੱਠਣ ਸਾਰ ਜਦੋਂ ਜਾਗ ਖੁੱਲੇ ਤਾਂ ਰਸਨਾ ਤੇ ਵਾਹਿਗੁਰੂ ਸ਼ਬਦ ਹੋਵੇ। ਉੱਠਣ ਸਾਰ ਇਹ ਨਹੀਂ ਵਹਿਮ ਕਰਨਾ ਵੀ ਮੈਂ ਇਸ਼ਨਾਨ ਨਹੀਂ ਕੀਤਾ, ਮੈਂ ਹਜੇ ਨਾਮ ਨਹੀਂ ਜਪਣਾ। ਨਹੀਂ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠ। ਪਹਿਲਾਂ ਕੀ ਕਰਨਾ? ਹਰ ਨਾਮ ਧਿਆਵੈ। ਉੱਠਣ ਸਾਰ ਮੁਖ ਚੋਂ ਵਾਹਿਗੁਰੂ 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 ਕਰਦੇ ਆ, ਆਪਣੀ ਕਿਰਿਆ ਸੋਧਣੀ ਆ। ਇਸ਼ਨਾਨ ਕਰਨਾ, ਫਿਰ ਉਦਮ ਕਰੇ। ਉਦਮ ਕਰਨਾ, ਆਲਸ ਨਹੀਂ ਕਰਨਾ। ਕਈ ਵਾਰੀ ਸਰਦੀਆਂ ਦੀ ਰੁੱਤ ਵਿੱਚ ਆਲਸ ਹੋ ਜਾਂਦਾ ਵੀ ਚਲੋ ਦਿਨ ਚੜੇ ਨਹਾ ਲਾਂਗੇ, ਠੰਡ ਲੱਗਦੀ ਆ, ਰਜਾਈ ਚੋਂ ਨਿਕਲਣ ਨੂੰ ਜੀ ਨਹੀਂ ਕਰਦਾ। ਤਾਈਓ ਜਿਹੜੇ ਅਭਿਆਸੀ ਨੇ ਉਹ ਕਹਿੰਦੇ ਵੀ ਅੰਮ੍ਰਿਤ ਵੇਲੇ ਜਿਹੜਾ ਉੱਠਣਾ ਸ਼ੇਰ ਦੇ ਸ਼ਿਕਾਰ ਕਰਨ ਬਰਾਬਰ ਹੈ। ਜਿਹੋ ਜਿਹਾ ਸ਼ੇਰ ਦਾ ਸ਼ਿਕਾਰ ਕਰ ਲਿਆ ਇਹੋ ਜਿਹਾ ਅੰਮ੍ਰਿਤ ਵੇਲੇ ਉੱਠ ਖੜੇ। ਅੰਮ੍ਰਿਤ ਵੇਲੇ ਉੱਠਣਾ, ਉਦਮ ਕਰੇ ਭਲ ਕੇ। ਅੰਮ੍ਰਿਤ ਵੇਲਾ ਕਦੋਂ ਹੁੰਦਾ? ਰਘਵੀਰ ਸਿੰਘ ਵੀਰ ਨੇ ਬੰਦਗੀ ਨਾਮਾ ਪੁਸਤਕ ਲਿਖੀ ਹੈ। ਉਹ ਲਿਖਦੇ ਆ ਵੀ ਸਰਦੀਆਂ ਦੇ ਵਿੱਚ 3 ਤੋਂ 5, ਗਰਮੀਆਂ ਦੇ ਵਿੱਚ 2 ਤੋਂ 4। ਇੱਕ ਵਿਚਾਰ ਇਹ ਵੀ ਹੈ ਵੀ ਜਦੋਂ ਸੂਰਜ ਦੀ ਪਹਿਲੀ ਕਿਰਨ ਧਰਤੀ ਨਾਲ ਟਕਰਾਉਂਦੀ ਹੈ, ਅੰਮ੍ਰਿਤ ਵੇਲਾ ਸ਼ੁਰੂ ਹੋ ਜਾਂਦਾ ਹੈ। ਉਹ 3 ਵੱਜ ਕੇ ਕਿਤੇ 38 ਮਿੰਟ ਤੇ, ਕਦੇ 40 ਮਿੰਟ ਤੇ, ਕਦੇ 45 ਮਿੰਟ ਤੇ 5 ਵੱਜ ਕੇ 38-40 ਮਿੰਟ ਤੱਕ ਪੂਰੇ 2 ਘੰਟੇ ਅੰਮ੍ਰਿਤ ਵੇਲਾ ਰਹਿੰਦਾ। ਦਿਨੇ ਵੀ ਨਾਮ ਜਪਣਾ, ਪਰ ਉਹ ਅੰਮ੍ਰਿਤ ਵੇਲਾ ਵਿਸ਼ੇਸ਼ ਹੈ। ਮਾਰੇ ਕਹਿੰਦੇ ਹਰ ਅੰਮ੍ਰਿਤ ਵੇਲਾ ਕਾ ਵੀਜਿਆ, ਭਗਤ ਖਾਏ ਖਰਚ ਰਹੇ ਨੇ ਖੁੱਟੈ ਨਾਹੀ।
ਅੰਮ੍ਰਿਤ ਵੇਲੇ ਦਾ ਬੀਜਿਆ ਹੋਇਆ ਨਾਮ ਜਿੰਨਾ ਮਰਜ਼ੀ ਵਰਤ ਲਓ ਮੁੱਕਦਾ ਨਹੀਂ ਹੈ। ਐਸੀ ਵਿਸ਼ੇਸ਼ਤਾ ਸਤਿਗੁਰੂ ਨੇ ਕਿਹਾ ਨਾ, ਜਪਜੀ ਸਾਹਿਬ ਦੇ ਵਿੱਚ ਦੱਸਿਆ ਕਿ ਉਹ ਵਾਹਿਗੁਰੂ ਦਾ ਦਰਬਾਰ ਦਿਸ ਪਵੇ ਅਸੀਂ ਕੀ ਕਰੀਏ। ਉਹ ਵਾਹਿਗੁਰੂ ਦੇ ਦਰਸ਼ਨ ਹੋ ਜਾਣ ਅਸੀਂ ਕੀ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਕੁਝ ਤਾਂ ਉਹਦਾ ਹੀ ਹੈ, ਉਹਦਾ ਪੈਦਾ ਕੀਤਾ ਉਹਦੇ ਭੇਟ ਕਰੀਏ, ਉਹਦੇ ਨਾਲ ਕੀ ਪ੍ਰਾਪਤੀ ਹੋਣੀ ਹੈ। ਫੇਰ ਕਿ ਅੱਗਾ ਰੱਖੀ ਹੈ ਜਿਤ ਦਿਸਾ ਦਰਬਾਰ। ਮੂੰਹ ਚੋਂ ਕਿਹੜਾ ਬੋਲ ਬੋਲੀਏ, ਮੋਹਕ ਕੇ ਬੋਲਣ ਬੋਲੀਏ, ਜਿਤ ਸੁਣ ਧਰੇ ਪਿਆਰ। ਤਾਂ ਉੱਤਰ ਮਿਲਿਆ ਅੰਮ੍ਰਿਤ ਵੇਲਾ। ਅੰਮ੍ਰਿਤ ਵੇਲੇ ਦੀ ਭੇਟਾ ਪ੍ਰਵਾਨ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਉੱਠ ਕੇ ਕੰਨਾਂ ਦੇ ਵਿੱਚ ਕਿਤੇ ਈਅਰਫੋਨ ਲਾ ਕੇ ਹੈੱਡਫੋਨ ਲਾ ਕੇ ਗਾਣੇ ਨਾ ਸੁਣੀ ਜਾਈ। ਕਿਤੇ ਉੱਠਣ ਸਾਰ WhatsApp ਦੇ ਸਟੇਟਸ ਨਾ ਚੈੱਕ ਕਰਨ ਲੱਗ ਜਾਈ। ਕਿਤੇ ਉੱਠਣ ਸਾਰ ਫੇਸਬੁੱਕ ਨਾ ਦੇਖਣ ਲੱਗ ਜਾਈ। ਮਨਾਂ ਵਿੱਚ ਹੁੰਦਾ ਵੀ ਉੱਠਣ ਸਾਰ ਦੇਖਦੇ ਆ ਮੋਬਾਈਲ ਵੀ ਕੀ ਮੈਸੇਜ ਆਇਆ। ਅੱਜ ਕੱਲ ਹਾਲਾਤ ਇਹ ਹੋ ਗਏ ਨੇ ਵੀ ਸੌਣ ਵੇਲੇ ਵੀ ਮੋਬਾਈਲ ਤੇ ਉੱਠਣ ਵੇਲੇ ਵੀ ਮੋਬਾਈਲ। ਮੇਰੇ ਸਤਿਗੁਰੂ ਕਹਿੰਦੇ ਭਾਈ ਉੱਠਣ ਵੇਲੇ ਅੰਮ੍ਰਿਤ ਵੇਲਾ ਸੱਚ ਨਾਉ, ਸੱਚਾ ਨਾਮ ਜਪਣਾ। ਪਹਿਲਾ ਸ਼ਬਦ ਉੱਠਣ ਵੇਲੇ ਵਾਹਿਗੁਰੂ। ਵਡਿਆਈ ਵਿਚਾਰ, ਉਹਦੀ ਵਡਿਆਈਆਂ ਕਰਨੀਆਂ, ਸਿਫਤਾਂ ਕਰਨੀਆਂ, ਗੁਰਬਾਣੀ ਦੇ ਜਾਪ ਕਰਨੇ, ਕੀਰਤਨ ਕਰਨੇ, ਸੁਣਨੇ, ਕਥਾ ਵਿਚਾਰਾਂ ਕਰਨੀਆਂ, ਸੁਣਨੀਆਂ। ਫੇਰ ਉਹਦੀ ਕਿਰਪਾ ਹੁੰਦੀ ਹੈ। ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ। ਉਹਦੇ ਦਰਬਾਰ ਦੇ ਦੀਦਾਰ ਹੋ ਜਾਂਦੇ ਆ। ਇਹ ਨਾਮ ਦਾਨ ਇਸ਼ਨਾਨ, ਨਾਮ ਜਪਣਾ। ਫਿਰ ਦੂਸਰਾ ਹੈ ਦਾਨ ਕਰਨਾ। ਦਾਨ ਕਾਹਦਾ ਗਾ? ਦਾਨ ਆ ਪਹਿਲਾ ਦਾਨ ਤਾਂ ਦੱਸਿਆ ਗੁਰਸਿੱਖਾਂ ਨੂੰ, ਨਾਮ ਆਪ ਜਪਣਾ ਤੇ ਹੋਰਨਾਂ ਨੂੰ ਜਪਾਉਣਾ। ਦੂਸਰਾ ਹੈ ਧਰਮ ਦੀ ਕਿਰਤ ਕਰਕੇ ਜਿਹੜੀ ਮਾਇਆ ਪ੍ਰਾਪਤ ਹੋਈ ਹੈ ਦਸਾਂ ਨੌਹਾਂ ਦੀ ਕਿਰਤ ਦੇ ਨਾਲ, ਉਹਦੇ ਵਿੱਚੋਂ 10ਵਾਂ ਹਿੱਸਾ ਗੁਰੂ ਨਿਮਿਤ ਕੱਢਣਾ। ਉਹ ਪਹਿਲੋਂ ਤਾਂ ਗੁਰੂ ਘਰ ਲਈ ਗੁਰੂ ਅੱਗੇ ਭੇਟ ਕਰਨਾ। ਜਿੱਥੇ ਗੁਰੂ ਘਰ ਕਿਸੇ ਵਸਤੂ ਦੀ ਲੋੜ ਆ ਉੱਥੇ ਭੇਟ ਕਰ ਦੇਣਾ। ਗੁਰੂ ਕੇ ਲੰਗਰਾਂ ਵਿੱਚ ਰਸਤਾਂ ਪਾ ਦੇਣੀਆਂ। ਫਿਰ ਦੂਜਾ ਹੈ ਮਹਾਰਾਜ ਨੇ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਬਚਨ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਨਾ ਸੁਹਾਤ ਜੀ ਕੋ। ਮੇਰੇ ਸਿੰਘਾਂ ਦੀ ਸੇਵਾ ਕੀਤੀ ਹੋਈ ਮੈਨੂੰ ਚੰਗੀ ਲੱਗਦੀ ਹੈ, ਹੋਰ ਕਿਸੇ ਦੀ ਸੇਵਾ ਕੀਤੀ ਚੰਗੀ ਨਹੀਂ ਲੱਗਦੀ। ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਨਾ ਸੁਹਾਤ ਜੀ ਕੋ। दान दियो इन्हीं को भलो और आन को दान न लागत नीको। आगा दियो इन्हीं को फल है। महाराज कहते भाई जेड़ा ਸਿੰਘਾਂ ਨੂੰ दान देऊगा वो अगे ओही फलेगा, होर नहीं। और दियो सब फीको। महाराज कहते होरां ਨੂੰ ਦਿੱਤਾ ਹੋਇਆ सब फिक्का है। ਇੱਥੇ ਵੀ ਉਹਦੀ ਸੋਭਾ ਨਹੀਂ ਹੋਣੀ, ਪਰਲੋਕ 'ਚ ਵੀ ਨਹੀਂ ਹੋਣੀ। ਜਿਹੜਾ ਗੁਰੂ ਨਿਮਿਤ ਕੱਢਿਆ ਉਹ ਗੁਰੂ ਨੂੰ ਭੇਟ ਹੋਵੇ ਜਾਂ ਗੁਰੂ ਕੇ ਸਿੰਘਾਂ ਨੂੰ ਭੇਟ ਹੋਵੇ। ਅੱਜ ਲੋੜ ਹੈ ਸਿੱਖ ਸਿੱਖ ਦੀ ਬਾਹ ਫੜੇ। ਆ ਹੋਰ ਜਿਹੜੇ ਪਖੰਡੀ ਨੇ ਉਹਨਾਂ ਦਾ ਦੇਖਿਆ, ਮੈਂ ਨਾਮ ਨਾ ਲਵਾਂ, ਕਈ ਐਸੇ ਫਿਰਕੇ ਚੱਲੇ ਹੋਏ ਨੇ। ਉਹਨਾਂ ਨੇ ਆਪਣੇ ਚੇਲਿਆਂ ਨੂੰ ਇਹ ਪ੍ਰੇਰਿਆ ਹੋਵੇ ਸਭ ਤੋਂ ਪਹਿਲਾਂ ਜੇ ਕੋਈ ਕੰਮ ਕਰਾਉਣਾ ਤੁਸੀਂ ਤਾਂ ਆਪਣੇ ਚੇਲਿਆਂ ਤੋਂ ਹੀ ਕਰਾਉਣਾ ਹੈ, ਬਾਹਰਲਿਆਂ ਤੋਂ ਨਹੀਂ ਕਰਾਉਣਾ। ਸਿੱਖ ਨੂੰ ਵੀ ਅੱਜ ਲੋੜ ਹੈ ਸਿੱਖ ਦਾ ਦਾਨ ਸਿੱਖ ਲਈ ਹੋਵੇ। ਅੱਜ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਆਪਾਂ ਵੇਖਦੇ ਹਾਂ ਬੜੇ ਇਹੋ ਜਿਹੇ ਲੋੜਵੰਦ ਗੁਰਸਿੱਖ ਨੇ ਜਿਨ੍ਹਾਂ ਦੀ ਬਾਹ ਫੜਨ ਦੀ ਲੋੜ ਹੈ, ਜਿਨ੍ਹਾਂ ਨੂੰ ਮਹਾਰਾਜ ਨੇ ਧਨ ਬਖਸ਼ਿਆ। ਉਹ ਗੁਰਸਿੱਖ ਉਹ ਕਿਸੇ ਇੱਕ ਬੱਚੇ ਦੀ ਬਾਹ ਫੜ ਲੈਣ, ਕਿਸੇ ਸਿੱਖ ਦੇ ਬੱਚੇ ਦੀ ਫੀਸ ਭਰ ਦੇਣ, ਕਿਸੇ ਗੁਰਸਿੱਖ ਦਾ ਇਲਾਜ ਕਰਵਾ ਦੇਣ, ਕਿਸੇ ਗੁਰਸਿੱਖ ਦੇ ਘਰ ਦੇ ਵਿੱਚ ਛੱਤ ਚੋਂਦੀ ਆ ਉਹਦੀ ਛੱਤ ਪਵਾ ਦੇਣ। ਸਿੱਖ ਸਿੱਖ ਦੀ ਬਾਹ ਫੜੇ। ਸਿੱਖ ਦਾ ਦਾਨ ਗੁਰੂ ਲਈ ਹੋਵੇ ਜਾਂ ਗੁਰੂ ਕੇ ਸਿੱਖਾਂ ਲਈ ਹੋਵੇ। ਮਹਾਰਾਜ ਕਹਿੰਦੇ ਉਹ ਸਿੱਖਾਂ ਨੂੰ ਦਿੱਤਾ ਹੋਇਆ ਦਾਨ ਮੈਨੂੰ ਭਾਉਂਦਾ, ਮੈਨੂੰ ਚੰਗਾ ਲੱਗਦਾ
ਤੇ ਉਹੋ ਹੀ ਦਾਨ ਅੱਗੇ ਫਲਦਾ ਹੈ। ਹੋਰ ਨੂੰ ਦਿੱਤਾ ਹੋਇਆ ਦਾਨ ਨਹੀਂ ਫਲਦਾ। ਜਿਹੜਾ ਮਹਾਰਾਜ ਕਹਿੰਦੇ ਆਪਣੇ ਮਾਂ ਪਿਓ ਨੂੰ ਤਨ ਪਿਆਰਾ ਲੱਗਦਾ ਸੀ, ਫਿਰ ਸਹੁਰਿਆਂ ਨੂੰ ਪਿਆਰਾ ਲੱਗਦਾ ਸੀ, ਫਿਰ ਬਾਪ ਬਣ ਗਿਆ ਬੱਚਿਆਂ ਨੂੰ ਪਿਆਰਾ ਲੱਗਦਾ ਸੀ, ਭੈਣਾਂ ਭਰਾਵਾਂ ਨੂੰ ਪਿਆਰਾ ਲੱਗਦਾ ਸੀ, ਪਰ ਉਹ ਮਨਮੁਖ ਨੇ ਨਾ ਨਾਮ ਜਪਿਆ, ਨਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ, ਤੇ ਸਤਿਗੁਰੂ ਕਹਿੰਦੇ ਨਾ ਉਹਨੇ ਭਾਈ ਦਾਨ ਕੀਤਾ। ਤੇਤ ਤਨ ਧੂੜ ਤੁਮਾਈ। ਅੰਤ ਨੂੰ ਉਹੀ ਜਿਹੜਾ ਤਾਨ ਆ, ਜਦੋਂ ਸਾਰੇ ਪਰਿਵਾਰ ਦੇ ਜੀ, ਰਿਸ਼ਤੇਦਾਰ, ਦੋਸਤ ਮਿੱਤਰ ਇਕੱਠੇ ਹੋ ਕੇ ਉਹਦਾ ਸੰਸਕਾਰ ਕਰਦੇ ਆ, ਉਹਦੀ ਫਿਰ ਧੂੜੀ ਖੇ ਉੜਦੀ ਆ, ਉਹੀ ਸਵਾਹ ਬਣ ਜਾਂਦੀ ਆ। ਮਹਾਰਾਜ ਕਹਿੰਦੇ ਉਹਦੀ ਜਿਹੜਾ ਸਾਰਿਆਂ ਨੂੰ ਪਿਆਰਾ ਲੱਗਦਾ ਸੀ, ਉਹੀ ਸਵਾਹ ਦੀ ਮੁੱਠੀ ਬਣ ਜਾਂਦਾ, ਉਹੀ ਧੂੜ ਬਣ ਜਾਂਦਾ, ਉਹੀ ਧੂੜ ਬਣ ਕੇ ਉੱਡਦਾ। ਮਨ ਮਾਨਿਆ ਨਾਮ ਸਖਾਈ। ਪਰ ਮਹਾਰਾਜ ਕਹਿੰਦੇ ਸਾਡੇ ਤੇ ਸਤਿਗੁਰੂ ਨੇ ਕਿਰਪਾ ਕੀਤੀ, ਸਾਡਾ ਮਨ ਭਾਈ ਹੁਣ ਨਾਮ ਵਿੱਚ ਮੰਨ ਗਿਆ। ਗੁਰੂ ਦੀ ਕਿਰਪਾ ਹੋਈ, ਸਾਡਾ ਮਨ ਹੋਰ ਪਾਸਿਓਂ ਭਰਮ ਵਿੱਚੋਂ ਪੈਣ ਦੀ ਥਾਂ, ਦੁਬਦਾ ਚ ਪੈਣ ਦੀ ਥਾਂ ਨਾਮ ਵਿੱਚ ਲੱਗ ਗਿਆ ਹੈ। ਪਾਈ ਪਰੋ ਗੁਰ ਕੈ ਬਲਿਹਾਰੈ। ਐਸੇ ਗੁਰੂ ਦੇ ਮੈਂ ਚਰਨਾਂ ਤੋਂ ਕੁਰਬਾਨ ਜਾਨਾ, ਬਲਿਹਾਰ ਜਾਨਾ, ਐਸੇ ਗੁਰੂ ਦੀ ਮੈਂ ਸ਼ਰਨ ਵਿੱਚ ਚਰਨਾਂ ਵਿੱਚ ਪੈਨਾ। ਜਿਨ ਸਾਚੀ ਬੂਝ 부ਝਾਈ। ਜਿਸ ਗੁਰੂ ਨੇ ਮੈਨੂੰ ਉਜੜ ਜਾਂਦੇ ਨੂੰ, ਭੁੱਲੇ ਹੋਏ ਨੂੰ ਸਿੱਧੇ ਮਾਰਗ ਤੇ ਪਾਇਆ, ਸੱਚੀ ਸੋਝੀ ਬਖਸ਼ੀ ਹੈ ਪਰਮਾਰਥ ਦੀ। ਰਹਾਉ ਵਿਸਰਾਮ ਦੇ ਕਰਕੇ ਹਜੂਰ ਫਰਮਾਉਂਦੇ ਹਨ। ਜਗ ਸਿਉ ਝੂਠ ਪ੍ਰੀਤ ਮਨ ਵਿਦਿਆ। ਮਹਾਰਾਜ ਕਹਿੰਦੇ ਆ ਜੀਵ ਤੇਰਾ ਜਿਹੜਾ ਮਨ ਆ ਜਗਤ ਨਾਲ ਝੂਠੀ ਪ੍ਰੀਤੀ ਵਿੱਚ ਬਿੰਨਿਆ ਹੋਇਆ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਰੇ ਨਰ ਇਹ ਸਾਚੀ ਜੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ, ਬਿਨ ਸੁਤ ਲਗਤ ਨਾ ਬਾਰ। ਇਹ ਸੁਪਨੇ ਦੀ ਨਿਆਈ ਆ। ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁਖ ਸਿਉ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਾਹੂੰ ਦਿਸ ਘੇਰੈ, ਬਿਵਤ ਪਰੀ ਸਭ ਹੀ ਸੰਗ ਛਾੜਤ, ਕੋ ਨ ਆਵਤ ਨੇਰਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਅੰਤ ਵਾਰ ਬਿਨ ਹਰ ਜੀ, ਅੰਤ ਵੇਲੇ ਨਾਮ ਤੋਂ ਬਿਨਾ ਕਿਸੇ ਨੇ ਸਹਾਇਤਾ ਨਹੀਂ ਕਰਨੀ। ਅੰਤ ਵਾਰ ਬਿਨ ਹਰ ਜੀ ਕੋ ਕਾਮ ਨਾ ਆਇਓ। ਅੰਤ ਵੇਲੇ ਕਿਸੇ ਨੇ ਕੰਮ ਨਹੀਂ ਆਉਣਾ, ਝੂਠੀ ਪ੍ਰੀਤੀ ਹੈ ਸਭ ਦੀ। ਜਨ ਸਿਓ ਬਾਦ ਰਚਾਈ। ਮਾਰੇ ਕਹਿੰਦੇ ਐਵੇਂ ਸਾਰੀ ਜ਼ਿੰਦਗੀ ਇਹ ਝੂਠੇ ਬਾਦ ਵਿਵਾਦ ਦੇ ਵਿੱਚ ਤੂੰ ਰਚਿਆ ਹੈ। ਮਾਇਆ ਮਗਨ ਅਹਨਿਸ ਮਗ ਜੂਹਾ। ਅਹਨਿਸ ਦਿਨ ਰਾਤ, ਅਹ ਨਾਮ ਦਿਨ ਦਾ, ਨਿਸ ਨਾਮ ਰਾਤ ਦਾ, ਦਿਨ ਰਾਤ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਮਾਇਆ ਦੇ ਰਸਤੇ ਤੂੰ ਚੱਲ ਰਿਹਾ, ਮਾਇਕੀ ਪਦਾਰਥਾਂ ਦੇ ਵਿੱਚ ਸੁਰਤ ਨੂੰ ਖਚਤ ਕਰਕੇ ਰੱਖਦਾ ਹੈ। ਨਾਮ ਨਾ ਲੇਵੈ ਮਰੈ ਬਿਖ ਖਾਈ। ਤੇ ਨਾਮ ਨਹੀਂ ਜਪਦਾ, ਅੰਤ ਨੂੰ ਮਰੈ ਬਿਖ ਖਾਈ। ਅੰਤ ਨੂੰ ਮਾਰੇ ਕਹਿੰਦੇ ਭਾਈ ਆ ਜ਼ਹਿਰਾਂ ਖਾ ਖਾ ਕੇ ਮਰਦਾ ਹੈ। ਜ਼ਹਿਰਾਂ ਕਿਹੜੀਆਂ ਨੇ? ਜਿਹੜੇ ਨਸ਼ੇ ਨਾ ਖਾਣ ਯੋਗ ਪਦਾਰਥ ਨੇ, ਜਿਨ੍ਹਾਂ ਨੂੰ ਖਾਣ ਤੋਂ ਵਿਵਰਜਿਤ ਕੀਤਾ ਸਤਿਗੁਰੂ ਨੇ। ਕੋਈ ਤਮਾਕੂ ਖਾਂਦਾ, ਤਮਾਕੂ ਖਾ ਖਾ ਕੇ ਮੂੰਹ ਦਾ ਕੈਂਸਰ ਹੋ ਜਾਂਦਾ, ਫਿਰ ਮੌਤ ਹੁੰਦੀ ਹੈ, ਉਹ ਜ਼ਹਿਰ ਹੀ ਹੈ। ਜਿਹੜੀ ਸ਼ਰਾਬ ਪੀਣ ਤੋਂ ਵਿਵਰਜਿਤ ਕੀਤਾ ਹੈ, ਉਹ ਸ਼ਰਾਬਾਂ ਪੀਂਦਾ ਦਿਨ ਰਾਤ। ਅੰਤ ਨੂੰ ਸ਼ਰਾਬ ਪੀ ਪੀ ਕੇ ਗੁਰਦੇ ਫੇਲ ਹੋ ਜਾਂਦੇ ਆ, ਸਰੀਰ ਜਵਾਬ ਦੇ ਜਾਂਦਾ, ਮੌਤ ਹੋ ਜਾਂਦੀ ਹੈ। ਆ ਨਸ਼ੇ, ਕੋਈ ਚਿੱਟਾ ਪੀ ਪੀ ਕੇ ਆਪਣੀ ਜਵਾਨੀ ਬਰਬਾਦ ਕਰ ਰਿਹਾ, ਘਰ ਬਰਬਾਦ ਕਰ ਰਿਹਾ, ਤੇ ਜ਼ਹਿਰਾਂ ਨਸ਼ਿਆਂ ਦੀਆਂ ਖਾ ਖਾ ਕੇ ਮਾਰੇ ਕਹਿੰਦੇ ਆਪਣੇ ਸਰੀਰ ਖੁਆਰ ਕਰਦੇ ਹੋ, ਅੰਤ ਨੂੰ ਮਰਦੇ ਆ। ਗੰਦਨ ਵੈਨ ਰਤਾ ਹਿਤਕਾਰੀ। ਜ਼ਿੰਦਗੀ ਦੇ ਵਿੱਚ ਗੰਦਨ ਵੈਨ, ਜਿਹੜੇ ਗੰਦੇ ਗੀਤ ਨੇ, ਬੈਣ ਗੀਤ, ਇਹਨਾਂ ਨੂੰ ਸੁਣਨ ਵਿੱਚ ਲੱਗੇ ਆ। ਦਿਨ ਰਾਤ ਨਿੰਦਿਆ, ਚੁਗਲੀ, ਗੀਤ ਸੰਗੀਤ। ਕਹਿੰਦੇ ਜੀ ਇਹ ਤਾਂ ਪੰਜਾਬ ਦਾ ਸੱਭਿਆਚਾਰ ਹੈ। ਉਹ ਭਲਿਓ ਪੰਜਾਬ ਦਾ ਸੱਭਿਆਚਾਰ ਕਿਤੇ ਗੰਦੇ ਗਾਣੇ ਆ? ਪੰਜਾਬ ਦਾ ਤਾਂ ਬੜਾ ਅਮੀਰ ਵਿਰਸਾ ਜੋ ਗੁਰੂ ਨਾਨਕ ਨੇ ਬਖਸ਼ਿਆ ਸਾਨੂੰ। ਗੁਰੂ ਨਾਨਕ ਨੇ ਸਾਨੂੰ ਇਹ ਗੰਦਣ ਬੈਣ ਤੋਂ ਰੋਕਿਆ। ਪੰਜਾਬ ਦਾ ਤਾਂ ਵਿਰਸਾ ਸੀ, ਅੰਮ੍ਰਿਤ ਵੇਲੇ ਜਦੋਂ ਕਿਸਾਨ ਉੱਠਦਾ ਤਾਰਿਆਂ ਦੀ ਸਾਵੇਂ, ਹਲ ਜੋੜ ਕੇ ਬਲਦਾਂ ਨੂੰ ਛੱਡਦਾ,
ਤੇ ਜਪਜੀ ਦੀਆਂ ਆਵਾਜ਼ਾਂ ਪਿੰਡਾਂ ਦੀਆਂ ਗਲੀਆਂ ਵਿੱਚ ਗੂੰਜਦੀਆਂ। ਜਪਜੀ ਦੇ 25-25 ਪਾਠ ਹਲ ਜੋਤ ਦੇ ਕਿਸਾਨ ਕਰ ਦਿੰਦਾ ਤੇ ਉਹ ਖੇਤੀ ਇੰਨੀ ਭਰਪੂਰ ਹੁੰਦੀ ਤੇ ਉਹ ਫਸਲ ਵੀ ਬਾਣੀ ਪੜ ਕੇ ਜਿਹੜੀ ਪੈਦਾ ਕੀਤੀ ਉਹਨੂੰ ਖਾਂਦਾ, ਉਹਦਾ ਵੀ ਜੀਵਨ ਸੁਖੀ ਰਹਿੰਦਾ, ਬਿਮਾਰੀ ਤੋਂ ਰਹਿਤ ਰਹਿੰਦਾ। ਤੇ ਅੱਜ ਖੇਤਾਂ ਦੇ ਵਿੱਚ ਕਿਸਾਨਾਂ ਦੇ, ਬਹੁਤਿਆਂ ਦੇ, ਸਾਰਿਆਂ ਦੇ ਨਹੀਂ, ਬਹੁਤਿਆਂ ਦੇ ਵਿੱਚ ਚੰਗੇ ਵੀ ਆ, ਬਾਣੀ ਪੜਨ ਵਾਲੇ ਵੀ ਆ, ਪਰ ਬਹੁਤਿਆਂ ਦੇ ਖੇਤਾਂ ਵਿੱਚ ਟਰੈਕਟਰਾਂ ਤੇ ਵੱਡੇ ਵੱਡੇ ਸਪੀਕਰ ਲਾਏ ਹੋਏ ਨੇ। ਉਹ ਭਲਿਆ ਜੇ ਤੈਂ ਗੰਦੇ ਗਾਣੇ ਸੁਣਿਆ ਤੂੰ ਕੰਨਾਂ 'ਚ ਲਾ ਕੇ ਹੀ ਸੁਣ ਲਾ, ਪਰ ਕਹਿੰਦਾ ਨਹੀਂ, ਮੈਂ ਸਾਰੀ ਖੇਤੀ ਨੂੰ ਹੀ ਗੰਦਾ ਕਰਨਾ ਹੈ। ਜਿੱਥੇ ਪਹਿਲਾਂ ਬਾਣੀ ਸੁਣਾਈ ਜਾਂਦੀ ਸੀ ਉੱਥੇ ਅੱਜ ਉਹ ਖੇਤਾਂ ਦੇ ਵਿੱਚ ਗੰਦੇ ਗੀਤ ਲਾ ਕੇ, ਗੰਦੇ ਰਿਕਾਰਡ ਲਾ ਕੇ ਖੇਤੀ ਨੂੰ ਵੀ ਬਰਬਾਦ ਕੀਤਾ ਜਾ ਰਿਹਾ। ਗਲੀਆਂ ਦੇ ਵਿੱਚ, ਦੁਕਾਨਾਂ ਦੇ ਵਿੱਚ, ਬੱਸਾਂ ਦੇ ਵਿੱਚ, ਜਿੱਥੇ ਮਰਜ਼ੀ ਚਲੇ ਜਾਵੇ ਗੰਦਨ ਮੈਣ ਚੱਲ ਰਹੇ ਨੇ। ਕੋਈ ਵਿਰਲਾ ਗੁਰਮੁਖ ਹੈ ਜਿਹੜਾ ਗੁਰਬਾਣੀ ਕੰਨਾਂ 'ਚ ਲਾ ਕੇ ਸੁਣ ਰਿਹਾ। ਕਈ ਐਸੇ ਭਲੇ ਪਿੰਡ ਵੀ ਨੇ, ਉਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਜਿਹੜਾ ਕੀਰਤਨ ਹੈ ਉਹ ਇੰਟਰਨੈਟ ਰਾਹੀਂ ਸਾਰੇ ਪਿੰਡ ਵਿੱਚ ਚਲਾਇਆ ਹੋਇਆ। ਖੰਭਿਆਂ ਦੇ ਵਿੱਚ ਸਪੀਕਰ ਲਾ ਕੇ ਸਾਰੇ ਪਿੰਡ ਦੇ ਵਿੱਚ ਚੱਲਦਾ 24 ਘੰਟੇ। ਇਹੋ ਜਿਹੇ ਭਲੇ ਵੀ ਨੇ, ਜਿੱਥੇ ਗੁਰਮੁਖ ਨੇ ਉੱਥੇ ਮਨਮੁਖ ਵੀ ਨੇ। ਮਾਰੇ ਕਹਿੰਦੇ ਆ ਮਨਮੁਖਾ, ਤੂੰ ਸਾਰੀ ਜ਼ਿੰਦਗੀ ਇਹ ਗੰਦਣ ਬੈਣ ਦੇ ਵਿੱਚ ਰਤਿਆ ਰਿਹਾ। ਸਬਦਾ ਸੁਰਤ ਨਾ ਆਈ, ਤੇਰੀ ਸੁਰਤ ਵਿੱਚ ਨਾਮ ਗੁਰਬਾਣੀ ਦਾ ਜਿਹੜਾ ਸ਼ਬਦ ਆ ਉਹ ਇੱਕ ਖਿੰਨ ਲਈ ਵੀ ਨਹੀਂ ਟਿਕਿਆ। ਬਾਣੀ ਪੜ੍ਹੀ ਤਾਂ ਜਾਂਦੇ ਆ, ਸੁਰਤ ਆਉਂਦੀ ਨਹੀਂ ਵਿੱਚ, ਸੁਰਤ ਲੱਗਦੀ ਨਹੀਂ, ਕਿਉਂਕਿ ਕੂੜਾ ਕਰਕਟ ਬਹੁਤਾ ਪਾਈ ਜਾ ਰਿਹਾ। ਕਿਤੇ ਅੱਖਾਂ ਰਾਹੀਂ ਪਾ ਲਿਆ, ਕਿਤੇ ਕੰਨਾਂ ਰਾਹੀਂ ਪਾ ਲਿਆ, ਕਿਤੇ ਜੀਭ ਰਾਹੀਂ ਪਾ ਲਿਆ। ਅੰਦਰ ਕੂੜਾ ਬਹੁਤਾ ਪਾਉਨੇ ਆ, ਇਸ ਕਰਕੇ ਮਨ ਨਹੀਂ ਟਿਕਦਾ। ਜੇ ਬਾਣੀ ਪੜ੍ਹ ਕੇ ਸਾਫ਼ ਕਰਦੇ ਆ ਫੇਰ ਕੂੜਾ ਹੋਰ ਪਾ ਲੈਂਦੇ ਆ। ਜਿਵੇਂ ਘਰ ਹੈ, ਕੋਈ ਸੁਆਣੀ, ਕੋਈ ਧੀ, ਕੋਈ ਭੈਣ, ਕੋਈ ਨੂੰਹ ਝਾੜੂ ਦਿੰਦੀ ਆ, ਪੋਚਾ ਲਾਉਂਦੀ ਆ, ਉੱਥੇ ਕੋਈ ਸਿਰ ਫਿਰਿਆ ਆ ਕੇ ਬਾਹਰੋਂ ਟੋਕਰਾ ਲਿਆ ਕੇ ਕੂੜੇ ਦਾ ਫੇਰ ਸਿੱਟ ਦੇ, ਉਹ ਨੂੰਹ ਕੁਝ ਸਮਾਂ ਦਾ ਚੁੱਪ ਰਹੂ, ਫੇਰ ਸਾਫ਼ ਕਰ ਦੂ ਵਿਚਾਰੀ। ਫਿਰ ਮੂਰਖ ਫੇਰ ਲਿਆ ਕੇ ਕੂੜਾ ਸਿੱਟ ਦੇ, ਉਹ ਕਿੰਨਾ ਕੁ ਚਿਰ ਸਾਫ਼ ਕਰੂਗੀ? ਉਹਦੀ ਸਫਾਈ ਕੀਤੀ ਕਿੰਨਾ ਕੁ ਚਿਰ ਰਹੇਗੀ? ਅਸੀਂ ਨਿਤਨੇਮ ਤਾਂ ਕਰ ਲੈਨੇ ਆ, ਅੱਖਾਂ ਰਾਹੀਂ ਫੇਰ ਮੰਦਾ ਚੰਗਾ ਵੇਖਦੇ ਆ, ਜੀਭ ਨਾਲ ਝੂਠ ਬੋਲਦੇ ਆ, ਨਿੰਦਿਆ ਚੁਗਲੀ ਰੂਪੀ ਕੂੜਾ ਫੇਰ ਅੰਦਰ ਪਾ ਲੈਨੇ ਆ। ਅੰਤःਕਰਨ ਰੂਪੀ ਵਿਹੜੇ ਦੇ ਵਿੱਚ ਕੰਨਾਂ ਰਾਹੀਂ ਗੰਦਣ ਬੈਣ ਰੂਪੀ ਕੂੜਾ ਪਾ ਲੈਨੇ ਆ। ਰੋਜ਼ ਨਿਤਨੇਮ ਰੂਪੀ ਸਫਾਈ ਵੀ ਕਰੀ ਜਾਂਦੇ ਆ, ਗੰਦ ਵੀ ਪਾਈ ਜਾਂਦੇ ਆ, ਉਹ ਤਾਂ ਬਰਾਬਰ ਹੋਈ ਜਾਂਦਾ ਸਭ ਕੁਝ। ਅੰਤःਕਰਨ ਸ਼ੁੱਧ ਨਹੀਂ ਹੋ ਰਿਹਾ। ਇਸੇ ਕਰਕੇ ਮਹਾਰਾਜ ਕਹਿੰਦੇ ਇੱਕ ਖਿਨ ਵੀ ਤੇਰੀ ਸੁਰਤ ਵਿੱਚ ਸ਼ਬਦ ਨਹੀਂ ਆਇਆ। ਰੰਗ ਨਾ ਰਾਤਾ ਰਸ ਨਹੀਂ ਬੀਦਿਆ, ਐ ਮੂਰਖ ਮਨਾ, ਐ ਮਨਮੁਖਾ, ਐ ਜੀਵ, ਪ੍ਰਭੂ ਦੇ ਪ੍ਰੇਮ ਦੇ ਵਿੱਚ ਇੱਕ ਖਿਨ ਲਈ ਵੀ ਤੇਰਾ ਮਨ ਨਹੀਂ ਰੰਗਿਆ ਗਿਆ, ਨਹੀਂ ਰਸ ਤੈਨੂੰ ਆਇਆ। ਮਨਮੁਖ ਪਤ ਗਵਾਈ, ਮਨਮੁਖ ਲੋਕ ਪਰਲੋਕ ਦੇ ਵਿੱਚ ਆਪਣੀ ਇੱਜ਼ਤ ਫਿਰ ਗਵਾ ਲੈਂਦਾ। ਸਾਧ ਸਭਾ ਮਹਿ ਸਹਿਜ ਨਾ ਚਾਖਿਆ, ਪ੍ਰਭੂ ਪਿਆਰਿਆਂ ਦੀ ਸੰਗਤ ਵਿੱਚ, ਗੁਰੂ ਦੀ ਸੰਗਤ ਵਿੱਚ ਬੈਠ ਕੇ ਕਿਤੇ ਰਸ ਨਹੀਂ ਚੱਖਿਆ, ਕਿਤੇ ਆਨੰਦ ਨਹੀਂ ਲਿਆ। ਜਿਹਬਾ ਰਸ ਨਹੀਂ ਰਾਈ, ਤੇਰੀ ਜੀਭ ਕਦੇ ਨਾਮ ਜਪਣ ਦੇ ਵਿੱਚ ਨਹੀਂ ਲੱਗੀ, ਨਾਮ ਦਾ ਰਸ ਜੀਭ ਨੂੰ ਨਹੀਂ ਆਇਆ। ਮਨ ਤਨ ਧਨ ਆਪਣਾ ਕਰ ਜਾਣਿਆ, ਐ ਮਨਮੁਖਾ ਤੈਂ ਆਪਣਾ ਮਨ, ਆਪਣਾ ਤਨ ਜਾਣਿਆ ਵੀ ਧਨ ਵੀ ਮੇਰਾ, ਮਨ ਵੀ ਮੇਰਾ, ਧਨ ਵੀ ਮੇਰਾ। ਇਹ ਨਹੀਂ ਜਾਣਿਆ ਵੀ ਇਹ ਗੁਰੂ ਦਾ ਦਿੱਤਾ ਹੋਇਆ, ਇਹ ਪਰਮੇਸ਼ਰ ਦਾ ਦਿੱਤਾ ਹੋਇਆ, ਸਭ ਕੁਝ ਤਾਂ ਆਪਣਾ ਹੀ ਮੰਨਿਆ। ਦਰ ਕੀ ਖਬਰ ਨਾ ਪਾਈ, ਇਹ ਨਹੀਂ ਜਾਣਿਆ ਵੀ ਇਹ ਤਾਂ ਮੈਂ ਇਸ ਥਾਂ ਤੇ ਆਇਆ ਪ੍ਰਾਹੁਣਾ ਬਣ ਕੇ, ਇੱਕ ਨਾ ਇੱਕ ਦਿਨ ਇੱਥੋਂ ਚਲੇ ਜਾਣਾ ਹੈ। ਜਿੱਥੇ ਜਾਣਾ ਹੈ ਉਹ ਦਰ ਦੀ ਖਬਰ ਹੀ ਨਹੀਂ ਪਾਈ। ਜਿੱਥੇ ਸਦਾ ਲਈ ਜਾਣਾ ਪਰਲੋਕ ਵਿੱਚ, ਉਹ ਘਰ ਨੂੰ ਜਾਣਿਆ ਹੀ ਨਹੀਂ। ਸੋ ਦਰ ਕਿਹਾ ਸੋ ਘਰ ਕਿਹੋ ਜਾਣੇ ਹੀ ਨਹੀਂ। ਅੱਖੀ ਮੀਟ ਚਲਿਆ ਅੰਧਿਆਰਾ, ਤੇ ਜਿਸ ਵੇਲੇ ਜੀਵ ਆਤਮਾ ਨੂੰ ਜਮਦੂਤ ਲੈ ਕੇ ਜਾਂਦੇ ਆ, ਪ੍ਰਾਣ ਨਿਕਲਦੇ ਆ, ਮਹਾਰਾਜ ਕਹਿੰਦੇ ਫਿਰ ਉਹ ਅੱਗੇ ਪਰਲੋਕ ਦਾ ਰਸਤਾ ਮਨਮੁਖਾਂ ਲਈ ਹਨੇਰੇ ਵਾਲਾ ਹੈ, ਬੜਾ ਅੰਧਕਾਰ ਹੈ ਉੱਥੇ।
ਉੱਥੇ ਤੇਰਾ ਨਾਮ ਖੁੰਦਕਾਰਾ ਹੈਗਾ, ਨਾਮ ਦਾ ਚਾਨਣ ਹੈ, ਨਾਮ ਦੀ ਰੌਸ਼ਨੀ ਹੈ। ਜਿਹਨੇ ਨਾਮ ਨਹੀਂ ਜਪਿਆ ਉਹਦੇ ਲਈ ਮਹਾਰਾਜ ਕਹਿੰਦੇ ਫਿਰ ਉਹ ਰਸਤਾ ਬੜਾ ਹਨੇਰੇ ਵਾਲਾ ਹੈ। ਘਰ ਦਰ ਦਿਸੈ ਨਾ ਭਾਈ। ਇਹ ਭਾਈ ਹੈ ਜੀਵ, ਇਹ ਸਤਸੰਗੀ ਜਨੋ, ਉਹ ਮਨਮੁਖ ਨੂੰ ਫਿਰ ਪ੍ਰਭੂ ਦਾ ਦਰ ਨਹੀਂ ਦਿਸਦਾ, ਉਹਨੂੰ ਪਰਲੋਕ ਦਾ ਘਰ ਨਹੀਂ ਦਿਸਦਾ। ਜਮਦਰ ਬਾਦਾ ਠੌਰ ਨਾ ਪਾਵੈ। ਫਿਰ ਉਹਨੂੰ ਜਿਹੜੇ ਧਰਮਰਾਜ ਦੇ ਦੂਤ ਨੇ ਜਮ, ਉਹ ਧਰਮਰਾਜ ਦੇ ਦਰ ਤੇ ਉਹਨੂੰ ਬੰਨ੍ਹ ਦਿੰਦੇ ਆ। ਸ਼ਾਸਤਰਾਂ ਨੇ, ਗ੍ਰੰਥਾਂ ਨੇ 18 ਨਰਕ ਮੰਨੇ ਆ। ਕੁੰਭੀ ਨਰਕ, ਇਥੋਂ ਦੇ ਜਿਹੜੇ ਪਾਪ ਪੁੰਨ ਕਰਮ ਨੇ ਉਹਨਾਂ ਦੀ ਸਜ਼ਾ ਉੱਥੇ ਮਿਲਦੀ ਆ। ਜਿਹੜਾ 18ਵਾਂ ਨਰਕ ਹੈ, ਮਹਾਂਪੁਰਖਾਂ ਦਾ, ਵਿਦਵਾਨਾਂ ਦਾ ਕਥਨ ਆ, ਉਹ ਇੱਥੇ ਹੀ ਹੈ ਧਰਤੀ ਤੇ 18ਵਾਂ ਨਰਕ। ਉਹ ਕੀ ਆ? ਮਨੁੱਖ ਦਾ ਅੰਧਾ ਹੋ ਜਾਣਾ, ਸਰੀਰ ਦਾ ਕੋਹੜੀ ਹੋ ਜਾਣਾ, ਕੁਸ਼ਟ ਚੱਲ ਜਾਣਾ ਸਾਰੇ ਸਰੀਰ ਤੇ, ਕੋਈ ਅੰਗ ਕੱਟਿਆ ਜਾਣਾ, ਅੰਗ ਨਾ ਚੱਲਣਾ। ਇਹ ਸਜ਼ਾਵਾਂ ਨੇ ਕਰਮਾਂ ਦੀਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉੱਥੇ ਫਿਰ ਜਮਾਂ ਦੇ ਕੋਲ ਬੰਨਿਆ ਹੋਇਆ, ਕਿਤੇ ਥਾਂ ਨਹੀਂ ਮਿਲਦੀ, ਢੋਈ ਨਹੀਂ ਮਿਲਦੀ, ਦੁਖੀ ਹੁੰਦਾ ਹੈ। ਆਪਣਾ ਕੀਆ ਕਮਾਈ। ਫਿਰ ਉੱਥੇ ਆਪਣਾ ਜਿਹਾ ਬੀਜਾ ਸੋ ਲਾਉਣਾ ਹੈ। ਕਰਮਾਂ ਸੰਦੜਾ ਖੇਤ, ਜਿਹੜੇ ਬੀਜ ਬੀਜੇ ਸੀ ਉਹਦਾ ਫਲ ਭੋਗਦਾ, ਸਜ਼ਾ ਪਾਉਂਦਾ ਹੈ। ਨਦਰ ਕਰੇ ਤਾਂ ਅੱਖੀ ਵੇਖਾ। ਹਾਂ, ਜੇ ਉਹ ਵਾਹਿਗੁਰੂ ਸਤਿਗੁਰੂ ਕਿਰਪਾ ਕਰੇ ਤਾਂ ਫਿਰ ਉਹ ਪਰਲੋਕ ਦਾ ਰਸਤਾ ਦਿਸਦਾ ਹੈ। ਕਹਿਣਾ ਕਥਨ ਨਾ ਜਾਈ। ਉਹਦੇ ਬਾਰੇ ਕੋਈ ਕਹਿ ਨਹੀਂ ਸਕਦਾ, ਕਥਨ ਨਹੀਂ ਕਰ ਸਕਦਾ। ਕੰਨੀ ਸੁਣ ਸੁਣ ਸ਼ਬਦ ਸਲਾਹੀ। ਮਾਰੇ ਕਹਿੰਦੇ ਇਹਦਾ ਤਾਂ ਭਾਈ ਢੰਗ ਤਰੀਕਾ ਇਹ ਹੈ, ਜੋ ਰਸਨਾ ਨਾਲ ਤੂੰ ਬੋਲਦਾ ਉਹਨੂੰ ਕੰਨਾਂ ਨਾਲ ਸੁਣ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ। ਉਹ ਸ਼ਬਦ ਨੂੰ ਰਸਨਾ ਦੁਆਰਾ ਸਲਾਹ, ਉਹਦੀ ਸਿਫਤ ਕਰ। ਅੰਮ੍ਰਿਤ ਹਿਰਦੈ ਵਸਾਈ। ਉਹ ਨਾਮ ਅੰਮ੍ਰਿਤ ਨੂੰ ਹਿਰਦੇ 'ਚ ਵਸਾ, ਆਪਣੇ ਹਿਰਦੇ ਵਿੱਚ ਥਾਂ ਦੇ। ਥਿਰ ਘਰ ਵੈਸੋ ਹਰਿ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਜਦੋਂ ਥਿਰ ਘਰ ਵੈਸੋ, ਆਪਣੇ ਹਿਰਦੇ ਘਰ ਦੇ ਵਿੱਚ ਟਿਕਾਣਾ ਬਣਾ ਲੇਗਾ, ਫਿਰ ਤੈਨੂੰ ਭੱਜਣ ਦੌੜਨ ਦੀ ਲੋੜ ਨਹੀਂ। ਫਿਰ ਸਤਿਗੁਰ ਤੁਮਰੇ ਕਾਜ ਸਵਾਰੇ, ਸਤਿਗੁਰੂ ਕੰਮ ਕਰੂਗਾ ਤੇਰੇ, ਤੇਰੇ ਕਾਰਜ ਸਾਰੇ ਗੁਰੂ ਸਵਾਰੇਗਾ। ਤੂੰ ਕੀ ਕਰ, ਤੂੰ ਨਾਮ ਹਿਰਦੇ 'ਚ ਵਸਾ ਲਾ। ਮਹਾਰਾਜ ਕਹਿੰਦੇ ਹਿਰਦੇ ਵਿੱਚ ਨਾਮ ਅੰਮ੍ਰਿਤ ਚੱਖ। ਨਿਰਭਉ ਨਿਰੰਕਾਰ ਨਿਰਵੈਰ। ਉਹ ਵਾਹਿਗੁਰੂ ਜਿਹੜਾ ਹੈ ਹਿਰਦੇ ਵਿੱਚ, ਜਿਹਦੀ ਪਰਤਕ ਜੋਤ ਹੈ, ਉਹ ਜੋਤ ਦਾ ਦੀਦਾਰ ਕਿਹੋ ਜਿਹਾ? ਮਹਾਰਾਜ ਕਹਿੰਦੇ ਉਹ ਨਿਰਭਉ ਭੈ ਤੋਂ ਰਹਿਤ ਹੈ, ਨਿਰਵੈਰ ਵੈਰ ਤੋਂ ਰਹਿਤ ਹੈ, ਨਿਰੰਕਾਰ ਆਕਾਰ ਤੋਂ ਰਹਿਤ ਹੈ। ਪੂਰਨ ਜੋਤ ਸਮਾਈ। ਉਹਦੀ ਜੋਤ ਸਾਰਿਆਂ ਵਿੱਚ ਇੱਕ ਸਮਾਨ ਵਰਤ ਰਹੀ ਹੈ। ਸਭ ਮੈਂ ਜੋਤ, ਜੋਤ ਹੈ ਸੋਏ। ਨਾਨਕ ਗੁਰ ਬਿਨ ਭਰਮ ਨਾ ਭਾਗਾ। ਹਾਂ, ਇਹ ਗੁਰੂ ਤੋਂ ਬਿਨਾ ਭਰਮ ਨਹੀਂ ਮਿਟਣਾ। ਜਿੰਨਾ ਚਿਰ ਗੁਰੂ ਨਹੀਂ ਧਾਰਦੇ ਉਹਨਾਂ ਚਿਰ ਕਿਰਪਾ ਨਹੀਂ ਹੋਣੀ। ਉਹ ਜਿੰਨਾ ਮਰਜੀ ਕੋਈ ਕਹੀ ਜਾਵੇ ਮੈਂ ਸਿੱਖਾਂ ਸਿੱਖਾਂ, ਜਿੰਨਾ ਚਿਰ ਪੰਜਾਂ ਪਿਆਰਾਂ ਦੇ ਪੇਸ਼ ਹੋ ਕੇ ਵਿਧੀ ਅਨੁਸਾਰ ਜੋ ਗੁਰੂ ਨੇ ਦੱਸੀ ਆ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਪੰਜ ਪਿਆਰੇ ਅੰਮ੍ਰਿਤ ਦਾ ਬਾਟਾ ਤਿਆਰ ਕਰਦੇ ਆ ਤੇ ਉੱਥੇ ਅੰਮ੍ਰਿਤ ਵਲਾਖੀ ਬਣ ਕੇ ਅੰਮ੍ਰਿਤ ਛਕਣਾ। ਫਿਰ ਉਹ ਪੰਜ ਪਿਆਰੇ ਗੁਰਮੰਤਰ ਦਿੰਦੇ ਆ, ਮੂਲ ਮੰਤਰ ਬਖਸ਼ਦੇ ਆ, ਰਹਿਤ ਦ੍ਰਿੜ ਕਰਾਉਂਦੇ ਆ। ਇਉਂ ਮਾਰੇ ਕਹਿੰਦੇ ਵਿਧੀ ਨਾਲ ਜਿੰਨਾ ਚਿਰ ਗੁਰੂ ਨਹੀਂ ਧਾਰਦਾ ਉਹਨਾਂ ਚਿਰ ਤੇਰਾ ਭਰਮ ਨਹੀਂ ਮਿਟਦਾ। ਸੱਚ ਨਾਮ ਵਡਿਆਈ। ਜਦੋਂ ਗੁਰੂ ਧਾਰਨ ਕਰ ਲਿਆ, ਉਹ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਦਿਆਂ ਹੋਇਆਂ ਸੱਚੇ ਨਾਮ ਨੂੰ ਜਪਣਾ, ਫਿਰ ਤੇਰੀ ਇਹ ਲੋਕ 'ਚ ਵੀ ਵਡਿਆਈ ਹੈ ਤੇ ਪਰਲੋਕ 'ਚ ਵੀ ਵਡਿਆਈ ਹੈ। ਫਿਰ ਤਾਂ ਪਰਲੋਕ 'ਚ ਐਸਾ ਆਦਰ, ਐਸਾ ਮਾਣ, ਰੇ ਦਰਗਾਹ ਕਹੈ ਨਾ ਕੋ, ਆਓ ਬੈਠ ਆਦਰ ਸੁਭ ਦਿਓ। ਉੱਥੇ ਤਾਂ ਫਿਰ ਧਰਮ ਰਾਜਾ ਵੀ ਕਹਿੰਦਾ ਕਿ ਐ ਮਹਾਂਪੁਰਖੋ, ਐ ਗੁਰੂ ਪਿਆਰੇ ਗੁਰਮਖੋ, ਤੁਹਾਨੂੰ ਗੁਰਸਿੱਖੋ, ਤੁਸੀਂ ਜੀਵਨ ਦੇ ਵਿੱਚ ਨਾਮ ਦੀ ਕਮਾਈ ਕੀਤੀ, ਸਤ ਸੰਗਤ ਕੀਤੀ, ਗੁਰੂ ਦਾ ਹੁਕਮ ਮੰਨਿਆ, ਤੁਸੀਂ ਮੇਰਾ ਲੋਕ ਵੀ ਪਰਲੋਕ ਦੇ ਵਿੱਚ ਆ ਕੇ ਸਫਲਾ ਕਰ ਦਿੱਤਾ, ਪਵਿੱਤਰ ਕਰ ਦਿੱਤਾ। ਅੱਜ ਸੰਗਰਾਂਦ ਦਾ ਦਿਹਾੜਾ ਹੈ, ਮਹੀਨੇ ਦੇ ਆਰੰਭਤਾ ਦਾ ਪਹਿਲਾ ਦਿਨ ਹੈ। ਸਤਿਗੁਰੂ ਜੀ ਨੇ ਸ੍ਰੀ ਗੁਰਬਾਣੀ ਦੇ ਵਿੱਚ ਦੇਸੀ ਮਹੀਨਿਆਂ ਨੂੰ ਥਾਂ ਦਿੱਤੀ ਹੈ। 12 ਮਾਹਾਂ 2
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਸਤਿਗੁਰੂ ਜੀ ਨੇ ਉਚਾਰਨ ਕੀਤੇ ਆ। ਪਹਿਲਾ ਵਾਰਾ ਮਾਹਾ ਸਤਿਗੁਰੂ ਜੀ ਨੇ ਮਾਝ ਰਾਗ ਦੇ ਵਿੱਚ ਧੰਨ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਇਸੇ ਸਥਾਨ ਤੇ ਜਿੱਥੇ ਤੁਸੀਂ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਬੈਠੇ ਹੋ, ਇਹ ਤੇ ਜਦੋਂ ਆਪਾਂ ਬਾਹਰ ਨਿਕਲਦੇ ਆ ਦਰਬਾਰ ਸਾਹਿਬ ਵੱਲ ਨੂੰ ਜਾਂਦੇ ਆ, ਖੂੰਜੇ ਵਿੱਚ ਹੀ ਦੀਵਾਨ ਹਾਲ ਦੇ ਜੋ ਮੰਜੀ ਸਾਹਿਬ ਹੈ, ਇਹ ਸੰਗੇ ਵਰਮਰ ਵਾਲੀ ਮੰਜੀ ਸਾਹਿਬ ਵਾਲੀ ਥਾਂ ਤੇ ਬੈਠ ਕੇ ਇਹ ਪੂਰੀ 12 ਮਾਹਾਂ ਦੀ ਬਾਣੀ ਸਤਿਗੁਰੂ ਜੀ ਨੇ ਇੱਥੇ ਹੀ ਉਚਾਰੀ ਆ। ਦੂਸਰਾ 12 ਮਾਹ ਤੁਖਾਰੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਹੈ। ਮਰਜ਼ਾਦਾ ਸਥਾਨਾਂ ਤੇ ਮਹੀਨੇ ਦੇ ਪਹਿਲੇ ਦਿਨ ਜਦੋਂ ਹੁਕਮਨਾਮਾ ਹੁੰਦਾ ਹੈ, ਤੁਸੀਂ ਸੱਚਖੰਡ ਅੰਮ੍ਰਿਤ ਵੇਲੇ 2 ਵਾਰ ਹੁਕਮਨਾਮਾ ਸੁਣਿਆ। ਪਹਿਲਾ ਪ੍ਰਕਾਸ਼ ਦੇ ਸਮੇਂ, ਦੂਸਰਾ ਆਸਾ ਦੀ ਵਾਰ ਤੋਂ ਬਾਅਦ ਜੋ ਅਰਦਾਸ ਹੁੰਦੀ ਹੈ, ਉਸ ਤੋਂ ਬਾਅਦ ਚ ਹੁਕਮਨਾਮਾ ਹੁੰਦਾ। ਦੋਵੇਂ ਹੁਕਮਨਾਮਿਆਂ ਦੇ ਸ਼ਬਦ ਦੇ ਹੁਕਮਨਾਮੇ ਤੋਂ ਬਾਅਦ ਫਿਰ 12 ਮਾਹਾਂ ਜੋ ਮਹੀਨੇ ਦਾ ਸ਼ਬਦ ਹੈ ਉਹ ਹੁਕਮਨਾਮੇ ਦੇ ਰੂਪ ਚ ਸੰਗਤ ਨੂੰ ਸੁਣਾਇਆ ਜਾਂਦਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੋ ਮਹੀਨੇ ਦਾ ਸ਼ਬਦ ਇਹ 12 ਮਾਹਾਂ ਦੀ ਪੌੜੀ ਹੈ। ਭਾਦੋਏ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ। ਭਾਦੋਂ ਦਾ ਮਹੀਨਾ ਗਾ, ਭਾਦੋਂ ਦੇ ਮਹੀਨੇ ਦੁਆਰਾ ਜੋ ਸਤਿਗੁਰੂ ਉਪਦੇਸ਼ ਬਖਸ਼ਦੇ ਹੈ, ਚਿੱਤ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ। ਭਾਦੋਏ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ। ਇਹ ਸਤ ਸੰਗਤ ਜੀ 12 ਮਾਹਾਂ ਦੀ ਜੋ ਮਾਝ ਰਾਗ ਦੀ ਬਾਣੀ ਹੈ, ਇਹਦੇ ਵਿੱਚ 14 ਪੌੜੀਆਂ ਸਤਿਗੁਰੂ ਜੀ ਨੇ ਰੱਖੀਆਂ। ਪਹਿਲੀ ਪੌੜੀ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਇਹ ਮੰਗਲ ਰੂਪ ਚ ਉਚਾਰੀ ਹੈ। ਦੂਸਰੀ ਪੌੜੀ ਚੇਤ ਦੇ ਮਹੀਨੇ ਤੋਂ ਸ਼ੁਰੂ ਕਰਕੇ 13ਵੀਂ ਪੌੜੀ ਤੱਕ ਮਹਾਰਾਜ ਨੇ ਮਹੀਨਿਆਂ ਦਾ ਉਪਦੇਸ਼ ਬਖਸ਼ਿਆ। 14ਵੀਂ ਪੌੜੀ ਦੇ ਵਿੱਚ ਇਹ ਬਾਣੀ ਦਾ ਫਲ ਦੱਸਿਆ। ਜਨ ਜਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਅਰਾਧਿਆ ਦਰਗਹਿ ਸੱਚ ਖਰੇ। ਇੱਥੇ 7ਵੀਂ ਪੌੜੀ ਜੋ 6ਵਾਂ ਮਹੀਨਾ ਗਾ, 6 ਰੁੱਤਾਂ ਦੇ ਵਿੱਚੋਂ ਇਹ ਜਿਹੜੀ ਤੀਸਰੀ ਰੁੱਤ ਦਾ ਦੂਸਰਾ ਮਹੀਨਾ ਹੈ, ਗ੍ਰੀਖਮ ਰੁੱਤ ਦਾ, ਗਰਮੀ ਦੀ ਰੁੱਤ ਦਾ। ਇਸ ਮਹੀਨੇ ਵਿੱਚ ਬੜੀ ਹੁਮਸ, ਬੜੀ ਤਪਸ, ਮਨੁੱਖ ਨੂੰ ਇੰਨੀ ਗਰਮੀ ਲੱਗਦੀ ਹੈ, ਕਈ ਵਾਰੀ ਮਨੁੱਖ ਨੂੰ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਇਹ ਤਪਦੇ ਮਹੀਨੇ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਉਪਦੇਸ਼ ਦਿੱਤਾ, ਭਾਦੋਏ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ। ਪੁਰਾਣੇ ਸਮਿਆਂ ਦੇ ਵਿੱਚ ਕੱਚੇ ਰਾਹ ਹੁੰਦੇ, ਮਨੁੱਖ ਨੂੰ ਰਸਤੇ ਵਿੱਚ ਜਾਂਦਿਆਂ ਰਾਹੀ ਪਾਂਧੀ ਨੂੰ ਤੇਹ ਲੱਗਦੀ। ਉਹ ਜਦੋਂ ਦੇਖਦਾ ਵੀ ਕਿਤੇ ਪਾਣੀ ਹੈ ਤਾਂ ਦੂਰ ਜਿਹੜਾ ਰੇਤਾ ਹੈ, ਸੂਰਜ ਦੀ ਚਮਕ ਨਾਲ, ਸੂਰਜ ਦੀ ਧੁੱਪ ਨਾਲ ਉਹ ਰੇਤਾ ਚਮਕਦਾ ਹੁੰਦਾ, ਉਹਨੂੰ ਲੱਗਦਾ ਵੀ ਉਹ ਸਾਹਮਣੇ ਪਾਣੀ ਹੈ। ਤੇ ਜਦੋਂ ਨੇੜੇ ਜਾਂਦਾ ਉੱਥੇ ਪਾਣੀ ਨਾ ਹੁੰਦਾ, ਉਹ ਰੇਤਾ ਹੀ ਹੁੰਦਾ। ਉੱਥੋਂ ਖੜ ਕੇ ਉਨੀ ਦੂਰੀ ਤੇ ਫੇਰ ਦੇਖਦਾ, ਸੂਰਜ ਦੀਆਂ ਕਿਰਨਾਂ ਨਾਲ ਉਨੀ ਦੂਰੀ ਤੇ ਫੇਰ ਰੇਤਾ ਚਮਕਦਾ ਹੁੰਦਾ, ਲੱਗਦਾ ਵੀ ਉੱਥੇ ਪਾਣੀ ਹੈ। ਫੇਰ ਜਾਂਦਾ, ਫੇਰ ਉੱਥੇ ਦੇਖਦਾ ਵੀ ਇੱਥੇ ਪਾਣੀ ਨਹੀਂ, ਰੇਤਾ। ਉਹ ਭਰਮ ਹੈ, ਭਰਮ ਪਿਆ ਹੋਇਆ। ਜਿਵੇਂ ਹਨੇਰਾ ਹੋਵੇ, ਹਨੇਰੇ 'ਚ ਬਲ ਵਲੇਵੇਂ ਖਾਧੀ ਰੱਸੀ ਪਈ ਹੋਵੇ, ਜਾਂ ਧਰਤੀ 'ਚ ਕੋਈ ਤੇੜ ਹੋਵੇ, ਦੂਰੋਂ ਮਨੁੱਖ ਨੂੰ ਇਉਂ ਲੱਗੂਗਾ ਵੀ ਸੱਪ ਪਿਆ। ਪਰ ਜਦੋਂ ਨੇੜੇ ਆਉਂਦਾ ਹੈ ਉਦੋਂ ਭਰਮ ਦੂਰ ਹੋ ਜਾਂਦਾ ਹੈ। ਭਰਮ ਕੀ ਹੈ? ਮਾਧਵੇ ਕਿਆ ਕਹੀ ਹੈ ਐਸਾ, ਜੈਸਾ ਮਾਨੀਆ ਹੋਏ ਹੈ ਨਾ ਤੈਸਾ। ਭਗਤ ਜੀ ਨੇ ਬਾਣੀ ਦੇ ਵਿੱਚ ਕਿਹਾ ਕਿ ਭਰਮ ਉਸ ਨੂੰ ਕਹਿੰਦੇ ਆ ਵੀ ਜਿਹਨੂੰ ਅਸੀਂ ਮੰਨ ਲਈਏ ਉਹ ਹੋਵੇ ਨਾ। ਜਿਵੇਂ ਦੂਰ ਮੰਨ ਲਿਆ ਵੀ ਪਾਣੀ ਆ ਪਰ ਹੈ ਨਹੀਂ ਸੀ, ਉਹ ਮਿਰਗ ਤ੍ਰਿਸ਼ਨਾ ਦਾ ਜਲ ਕਿਹਾ ਜਾਂਦਾ ਹੈ। ਮੰਨ ਲਿਆ ਸੀ ਦੂਰ ਹਨੇਰੇ ਵਿੱਚ ਰੱਸੀ ਪਈ ਸੀ, ਵੀ ਮੰਨ ਲਿਆ ਸੱਪ ਹੈ, ਪਰ ਜਦੋਂ ਨੇੜੇ ਜਾ ਕੇ ਦੇਖਿਆ ਉਹ ਤਾਂ ਰੱਸੀ ਸੀ। ਐਵੇਂ ਸਾਨੂੰ ਭਰਮ ਪਿਆ ਹੋਇਆ ਵੀ ਅਸੀਂ ਕਦੇ ਮਰਨਾ ਹੀ ਨਹੀਂ, ਆ ਮੇਰਾ ਸਰੀਰ ਸੱਚ ਹੈ, ਇਹਨੇ ਤਾਂ ਕਦੇ ਵਿਨਸਣਾ ਹੀ ਨਹੀਂ, ਇਹ ਭਰਮ ਪਿਆ ਹੋਇਆ। ਮਾਰੇ ਕਹਿੰਦੇ ਭਾਦੋਏ ਭਰਮ ਭੁਲਾਣੀਆਂ, ਭਾ ਦੋਏ ਦਵੈਤ ਭਾ ਦੋਏ, ਦੁਬਦਾ ਪਈ ਹੋਈ ਆ। ਇਹ ਦੁਬਦਾ ਦੇ ਭਰਮ ਵਿੱਚ ਪਿਆ ਹੋਇਆ, ਭੁਲਾਣੀਆਂ ਭੁੱਲਿਆ ਹੋਇਆ ਰੱਬ ਨੂੰ।
ਦੂਜਾ ਲੱਗਾ ਹੇਤ, ਜਿਹੜਾ ਕੰਮ ਕਰਨੇ ਆਇਆ ਸੀ, ਆਇਓ ਪੜਨ ਸੁਣਨ ਕੋ ਬਾਣੀ, ਉਹ ਛੱਡ ਦਿੱਤਾ। ਜਿਹੜਾ ਉੱਥੇ ਕੰਮ ਕਰਨਾ ਸੀ ਤੇ ਉਹਨੇ ਅੱਗੇ ਸਾਡਾ ਸਾਥ ਦੇਣਾ ਸੀ, ਉਹ ਕੰਮ ਕਰਦਾ ਹੀ ਨਹੀਂ। ਅਵਰ ਕਾਜ ਕਰਦਾ, ਅਵਰ ਕਾਜ ਦਰ ਕਿਤੇ ਨਾ ਕਾਮ। ਹੋਰ ਕੰਮਾਂ ਦੇ ਵਿੱਚ ਧਲਾ ਲਿਆ। ਮਹਾਰਾਜ ਕਹਿੰਦੇ ਭਾਦੋਏ ਭਰਮ ਭੁਲਾਣੀਆਂ। ਦੂਜਾ ਲੱਗਾ ਹੇਤ, ਦੁਬਿਧਾ ਚ ਪਿਆ ਹੋਇਆ, ਗੁਰੂ ਨੂੰ ਛੱਡ ਕੇ ਹੋਰ ਕਾਰਜਾਂ ਦੇ ਵਿੱਚ ਤੇਰਾ ਹਿੱਤ ਲੱਗਿਆ। ਲੱਖ ਸਿਗਾਰ ਬਣਾਇਆ ਕਾਰਜ ਨਾਹੀ ਕੇਤ। ਜਿਵੇਂ ਛੁੱਟੜ ਇਸਤਰੀ ਹੈ, ਜਿਹਨੂੰ ਬਾਣੀ ਵਿੱਚ ਕੁਚੱਜੀ ਕਿਹਾ, ਜਿਹੜੀ ਪਤੀ ਨੂੰ ਛੱਡ ਕੇ ਹੋਰਾਂ ਲਈ ਪਰ ਪੁਰਸ਼ਾਂ ਨਾਲ ਹਿੱਤ ਕਰਦੀ ਆ, ਉਹਨੂੰ ਛੁੱਟੜ ਕਹਿੰਦੇ ਆ। ਉਹਨੂੰ ਦੁਹਾਗਣ ਕਿਹਾ ਗੁਰਬਾਣੀ ਦੇ ਵਿੱਚ। ਦੁਹਾਗਣ ਦਾ ਅਰਥ ਦੋਹ ਆਂਗਣ। ਆਂਗਣ ਨਾਮ ਵਿਹੜੇ ਦਾ, ਜਿਹੜੇ ਦੋ ਵਿਹੜਿਆਂ ਦਾ ਸ਼ਿੰਗਾਰ ਕਰਦੀ ਆ। ਇੱਕ ਆਪਣੇ ਪਤੀ ਦੇ ਵਿਹੜੇ 'ਚ ਵੀ ਰਹਿੰਦੀ ਹੈ, ਇੱਕ ਪਰਾਏ ਪੁਰਸ਼ਾਂ ਦੇ ਵੀ ਜਾਂਦੀ ਆ। ਉਹਨੂੰ ਦੁਹਾਗਣ ਕਹਿੰਦੇ ਆ। ਉਹਨੂੰ ਸਤਿਕਾਰ ਨਹੀਂ ਮਿਲਦਾ, ਨਾ ਸਹੁਰਿਆਂ 'ਚ ਨਾ ਪੇਕਿਆਂ 'ਚ, ਨਾ ਇੱਥੇ ਨਾ ਪਰਲੋਕ 'ਚ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੀਆਂ ਇਹੋ ਜੀਆਂ ਦੁਹਾਗਣਾਂ ਨੇ, ਉਹਨਾਂ ਦਾ ਸ਼ਿੰਗਾਰ ਕੀਤਾ ਕਿਸ ਅਰਥ ਹੈ? ਐਵੇਂ ਜਿਹੜੇ ਗੁਰੂ ਨੂੰ ਛੱਡ ਕੇ ਗੁਰੂ ਨਹੀਂ ਧਾਰਦੇ ਮਨਮੁਖ ਨੇ, ਜਿਹੜੇ ਗੁਰੂ ਦੀ ਥਾਂ ਤੇ ਕਬਰਾਂ ਤੇ ਜਾਂਦੇ ਆ, ਜਠੇਰਿਆਂ ਤੇ ਜਾਂਦੇ ਆ, ਕੋਈ ਹੋਰ ਥਾਵਾਂ ਤੇ ਜਾ ਕੇ ਮਨੌਤਾਂ ਪੂਜਾ ਕਰਦੇ ਆ, ਧਾਗੇ ਤਵੀਤ ਕਰਦੇ ਆ, ਪੱਤਰੀਆਂ ਵਾਚਦੇ ਆ ਗੁਰਸਿੱਖ ਹੋ ਕੇ। ਹਿੰਦੂ ਕਰਨ, ਸਨਾਤਨੀ ਮੀਰ ਕਰਨ, ਉਹਨਾਂ ਨੂੰ ਮੁਬਾਰਕ, ਪਰ ਗੁਰਸਿੱਖ ਲਈ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹਦਾ ਜਿਹੜਾ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ। ਲੱਖਾਂ ਜਿਹੜੇ ਕਰਮ ਕਾਂਡ ਕੀਤੇ ਆ, ਉਹ ਪਰਲੋਕ ਵਿੱਚ ਉਹਦਾ ਕੁਝ ਨਹੀਂ ਸਵਾਰਦੇ, ਕਿਤੇ ਕੰਮ ਨਹੀਂ ਆਉਂਦੇ। ਜੇਤ ਦਿਨ ਦੇਹ ਬਿਨਸ ਸੀ ਤਿਤ ਵੇਲਾ ਕਹਿਸਨ ਪ੍ਰੇਤ। ਜਿਸ ਵੇਲੇ ਦੇਹ ਬਿਨਸਦੀ ਆ, ਉਸ ਵੇਲੇ ਫਿਰ ਜਦੋਂ ਇਹ ਸਰੀਰ ਮੁਰਦਾ ਹੋ ਜਾਂਦਾ ਹੈ। ਉਹੀ ਸੀ ਜਿਹੜੇ ਸਾਰੇ ਪਿਆਰ ਕਰਦੇ ਸੀ। ਜਿਵੇਂ ਸ਼ਬਦ ਵਿੱਚ ਪਹਿਲਾਂ ਵਿਚਾਰਿਆ ਵੀ ਮਾਂ ਪਿਓ, ਫਿਰ ਸਹੁਰੇ, ਫਿਰ ਧੀਆਂ ਪੁੱਤਰ, ਭੈਣ ਭਰਾ, ਜਿਹੜੇ ਸਾਰੇ ਪਿਆਰ ਕਰਦੇ ਸੀ, ਉਹ ਫਿਰ ਪ੍ਰੇਤ ਪ੍ਰੇਤ ਕਹਿਣ ਲੱਗ ਜਾਂਦੇ ਆ। ਪਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਭੇਤ। ਫਿਰ ਉਸ ਵੇਲੇ ਜਿਹੜੀ ਰੂਹ ਹੈ, ਉਹਨੂੰ ਧਰਮਰਾਜ ਦੇ ਜਮ ਦੂਤ ਪਕੜ ਕੇ ਲੈ ਜਾਂਦੇ ਆ। ਕਿਸੇ ਨੂੰ ਇੱਥੇ ਭੇਤ ਨਹੀਂ ਆਉਂਦਾ ਵੀ ਉਹ ਕਿੱਧਰ ਗਿਆ। ਜਿਹੜਾ ਸਾਡੇ ਨਾਲ ਬੋਲਦਾ ਸੀ, ਸਾਡੇ ਨਾਲ ਹੱਸਦਾ ਸੀ, ਸਾਡੇ ਨਾਲ ਰਹਿ ਕੇ ਜੀਵਨ ਦੇ ਕਰਮ ਕਰਦਾ ਸੀ, ਉਹ ਕਿੱਧਰ ਗਿਆ? ਆਹ ਤਾਂ ਮਿੱਟੀ ਰਹਿ ਗਈ, ਇੱਥੇ ਮੁਰਦਾ ਰਹਿ ਗਿਆ, ਉਹਨੂੰ ਫੂਕ ਆਉਂਦੇ ਆ, ਸੰਸਕਾਰ ਕਰੇ ਆਉਂਦੇ ਆ। ਜਿਹੜਾ ਸਾਡੇ ਨਾਲ ਵਰਤਦਾ ਸੀ, ਬਾਬਾ ਬੋਲਤੇ ਥੇ ਕਹਾਂ ਗਏ, ਉਹ ਕਿੱਥੇ ਗਏ? ਉਹ ਜਮਦੂਤ ਉਹਨੂੰ ਪਕੜ ਕੇ ਲੈ ਜਾਂਦੇ ਆ। ਮਹਾਰਾਜ ਕਹਿੰਦੇ ਧਰਮਰਾਜ ਦੇ ਫਿਰ ਉਹ ਕਿਤੇ ਭੇਤ ਨਹੀਂ ਦਿੰਦੇ। ਛੱਡ ਖੜੋਤੇ ਖਿਨੈ ਮਾਹੇ ਜਿਣ ਸਿਓ ਲੱਗਾ ਹੇਤ। ਫਿਰ ਜਿਨ੍ਹਾਂ ਨਾਲ ਹਿੱਤ ਸੀ, ਜਿਨ੍ਹਾਂ ਨਾਲ ਕਹਿੰਦਾ ਸੀ ਵੀ ਆਹ ਮੇਰਾ ਪੱਕਾ ਮਿੱਤਰ ਹੈ, ਇਹ ਤਾਂ ਮੇਰੇ ਬਿਨਾਂ ਸਾਹ ਨਹੀਂ ਲੈਂਦਾ, ਜਦੋਂ ਮੁਰਦਾ ਹੋ ਜਾਂਦਾ ਹੈ, ਉਹ ਸੰਸਕਾਰ ਕਰਕੇ ਮੁੜ ਕੇ ਮੋਬਾਈਲ ਦੇਖਣ 'ਚ ਲੱਗ ਜਾਂਦਾ ਵੀ ਕੀ ਮੈਸੇਜ ਆਇਆ, ਜਾਂ ਸਟੇਟਸ ਪਾ ਦਿੰਦਾ ਸੋਗ ਦਾ। 2-4 ਦਿਨ ਹੈ, ਫਿਰ ਮੁੜ ਕੇ ਸਭ ਭੁੱਲ ਭੁਲਾ ਜਾਂਦੇ ਆ। ਜਿੰਨਾ ਕੋਈ ਨੇੜੇ ਦਾ ਰਿਸ਼ਤੇਦਾਰ ਹੈ, ਉਹਨਾਂ ਕੁ ਥੋੜੇ ਦਿਨ ਵੱਧ ਅਫਸੋਸ ਕਰ ਲੈਂਦਾ, ਅਖੀਰ ਨੂੰ ਉਹ ਵੀ ਭੁੱਲ ਜਾਂਦਾ। ਮਹਾਰਾਜ ਕਹਿੰਦੇ ਇੱਕ ਖਿੰਨ 'ਚ ਸਾਰੇ ਪਰਾਏ ਹੋ ਜਾਂਦੇ, ਛੱਡ ਦਿੰਦੇ ਆ। ਹੱਥ ਮਰੋੜਾ ਤਨ ਕਪੇ ਸਿਆਹ ਹੋਆ ਸੀਤ। ਜਿਸ ਵੇਲੇ ਦੇਹ ਵਿੱਚੋਂ ਜੀਵ ਆਤਮਾ ਧਰਮਰਾਜ ਦੇ ਭੇਜੇ ਹੋਏ ਦੂਤ ਜਮਦੂਤ ਕੱਢਦੇ ਆ ਨਾ, ਉਹ ਹੱਡਾਂ ਦੇ ਵਿੱਚ ਰਚੀ ਹੋਈ ਜਿਹੜੀ ਰੂਹ ਆ ਨੂੰ ਜਦੋਂ ਕੱਢਦੇ ਆ ਨਾ, ਫਿਰ ਹੱਥ ਮਰੋੜਦਾ। ਤਨ ਕਪੇ, ਤਨ ਕੰਬਦਾ, ਸਰੀਰ ਕੰਬਦਾ ਅਖੀਰ ਵੇਲੇ। ਸਿਆਹ ਹੋਆ, ਜਿਹੜਾ ਖੂਨ ਸੀ, ਜਦੋਂ ਖੂਨ ਸੁੱਕਦਾ ਨਾ, ਜਦੋਂ ਜੀਵ ਆਤਮਾ ਨਿਕਲਦੀ ਆ, ਫਿਰ ਰੰਗ ਕਾਲਾ ਪੈ ਜਾਂਦਾ। ਤੇ ਜਦੋਂ ਫਿਰ ਸੇਤ, ਮਹਾਰਾਜ ਕਹਿੰਦੇ ਸਾਰਾ ਖੂਨ ਸੁੱਕ ਕੇ ਪਾਣੀ ਬਣ ਜਾਂਦਾ ਹੈ, ਖੂਨ ਖਤਮ ਹੋ ਜਾਂਦਾ ਹੈ, ਪਾਣੀ ਰਹਿ ਜਾਂਦਾ ਹੈ, ਫਿਰ ਸੇਤ ਮਹਾਰਾਜ ਕਹਿੰਦੇ ਚਿੱਟਾ ਪੈ ਜਾਂਦਾ ਹੈ। ਜਿਹਾ ਬੀਜਾ ਸੋ ਲੁਣਾ ਕਰਮਾ ਸੰਧੜਾ ਖੇਤ। ਮਹਾਰਾਜ ਕਹਿੰਦੇ ਭਾਈ ਇਹ ਤਾਂ ਕਰਮ ਫਲ ਭੂਮੀ ਹੈ, ਜਿਹੋ ਜੇ ਤੂੰ ਬੀਜ ਬੀਜੇਗਾ ਉਹੋ ਜਿਹੀ ਇੱਥੇ ਫਲ ਭੋਗੇਗਾ, ਉਹੋ ਜਿਹੀ ਪਰਲੋਕ 'ਚ ਭੋਗੇਗਾ। ਉਹਦੇ ਅਨੁਸਾਰ ਹੀ ਤੇਰਾ ਅਗਲਾ ਲੇਖਾ ਹੋਣਾ ਹੈ।
ਇਹ ਤਾਂ ਕਰਮਾ ਸੰਦੜਾ ਖੇਤ ਹੈ। ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਥ ਪ੍ਰਭ ਦੇਤੋ। ਸਤਿਗੁਰੂ ਮਹਾਰਾਜ ਦੀ ਸ਼ਰਨ ਵਿੱਚ ਪੈ ਸਤਿਗੁਰੂ ਦੇ ਨਾਮ ਰੂਪੀ ਜਿਹੜੇ ਚਰਨ ਨੇ ਜਹਾਜ਼ ਰੂਪੀ ਨੇ। ਜਿਹੜੇ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ ਪਾਰ ਜੋ ਸਰਦਾ ਕਰ ਸੇਮਦੇ ਗੁਰ ਪਾਰ ਉਤਾਰਨ ਹਾਰ। ਸੇ ਭਾਦੋਏ ਨਰਕ ਨ ਪਾਈਐ ਗੁਰ ਰਖਣ ਵਾਲਾ ਹੇਤੋ। ਸਤਿਗੁਰੂ ਜੀ ਸ਼ਬਦ ਦੀ ਸਮਾਪਤੀ ਕਰਦਿਆਂ ਫਰਮਾਉਂਦੇ ਆ ਭਾਈ ਉਹਨਾਂ ਨੂੰ ਨਰਕ 'ਚ ਨਹੀਂ ਪਾਇਆ ਜਾਂਦਾ ਉਹ ਜਿਸ ਭਾਦੋ ਦੇ ਮਹੀਨੇ ਦੁਆਰਾ ਦੁੱਖ ਨਹੀਂ ਭੋਗਦੇ ਜਿਨ੍ਹਾਂ ਨੇ ਗੁਰੂ ਧਾਰਨ ਕੀਤਾ ਗੁਰ ਰੱਖਣ ਵਾਲਾ ਹੇਤ। ਜਿਹੜੇ ਗੁਰੂ ਨਾਲ ਹਿੱਤ ਰੱਖਦੇ ਆ ਗੁਰੂ ਨਾਲ ਪ੍ਰੇਮ ਕਰਦੇ ਆ ਫਿਰ ਗੁਰੂ ਉਹਨਾਂ ਦੀ ਰਾਖੀ ਕਰਦਾ ਪਰਲੋਕ ਵਿੱਚ। ਗੁਰੂ ਉਹਨਾਂ ਦੀ ਬਾਹ ਫੜਦਾ ਹੈ। ਜੇ ਕਿਤੇ ਮਾੜੇ ਕਰਮਾਂ ਅਨੁਸਾਰ ਟੇਢੀ ਜੂਨ 'ਚ ਵੀ ਪੈ ਜੇ ਨਾ ਗੁਰੂ ਨਾਨਕ ਦੇ ਸਮੇਂ ਤੋਂ ਵਿਛੜਿਆ ਹੋਇਆ ਭਾਈ ਮੂਲਾ ਮਹਾਰਾਜ ਨੇ ਹਜੂਰ ਸਾਹਿਬ ਜਾ ਕੇ ਸ਼ਿਕਾਰ ਘਾਟ ਸਹੇ ਦੀ ਜੂਨ 'ਚੋਂ ਕੱਢ ਲਿਆ। ਜੇ ਸਤਿਗੁਰੂ ਦੇ ਲਾਂਗਰੀ ਕਿਤੇ ਮਾੜਾ ਬੋਲਦੇ ਸੀ ਮਾੜਾ ਬੋਲਣ ਕਰਕੇ ਗੁਰਸਿੱਖ ਦੇ ਬਚਨ ਕਰਕੇ ਕਾਂ ਦੀ ਜੂਨ 'ਚ ਪਏ ਉਹ ਜੂਨ ਦੇ ਵਿੱਚ ਪੈਣ ਸਾਰ ਹੀ ਆ ਬਠਿੰਡੇ ਤੋਂ ਅੱਗੇ ਗੁਰਸੰਗਤ ਜੀ ਜਦੋਂ ਜਾਂਦੇ ਆ ਕਾਲ ਝਰਾਣੀ ਪਿੰਡ ਆ ਉੱਥੇ ਮਹਾਰਾਜ ਦਾ ਸਥਾਨ ਆ ਦਸਮ ਪਾਤਸ਼ਾਹ ਦਾ। ਉੱਥੇ ਕਾਂ ਦੀ ਜੂਨ 'ਚ ਪਏ ਹੋਏ ਬੱਚਿਆਂ ਨੂੰ ਮਹਾਰਾਜ ਨੇ ਨਾਲ ਦੀ ਨਾਲ ਮੁਕਤ ਕੀਤਾ ਤੇ ਸਿੱਖਾਂ ਨੂੰ ਦੱਸਿਆ ਵੀ ਇਹ ਆਪਣਾ ਲਾਂਗਰੀ ਸੀ ਇਹਨੇ ਸਿੱਖ ਦੀ ਬੇਅਦਬੀ ਕੀਤੀ ਸੀ ਮਾੜਾ ਕਰਮ ਕਰਨ ਕਰਕੇ ਇਹਨੂੰ ਜੂਨ ਭੋਗਣੀ ਪਈ ਪਰ ਅਸੀਂ ਇਹਨੂੰ ਜਨਮ ਲੈਣ ਸਾਰੀ ਕੱਢ ਲਿਆ। ਇਹ ਹੈ ਗੁਰੂ ਦੀ ਵਡਿਆਈ। ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨ ਸਤਿਗੁਰ ਮੁਕਤ ਨ ਪਾਵੈ। ਪਾਵੈ ਮੁਕਤ ਨ ਹੋਰ ਥੈ ਕੋਈ ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨ ਪਾਏ। ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ। ਸਤਿਗੁਰੂ ਅੱਗੇ ਅਰਦਾਸ ਕਰੀਏ ਸਤਿਗੁਰੂ ਮਹਾਰਾਜ ਦੇ ਚਰਨੀ ਲੱਗੀਏ। ਜਿਨ੍ਹਾਂ ਨੇ ਖੰਡੇ ਵਾਟੇ ਦਾ ਅੰਮ੍ਰਿਤ ਨਹੀਂ ਛਕਿਆ ਉਹ ਖੰਡੇ ਵਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਕੇ ਜਹਾਜ਼ੇ ਚੜੀਏ ਨਾਮ ਬਾਣੀ ਜੀਵਨ ਵਿੱਚ ਅਪਣਾਈਏ। ਭੁੱਲਾਂ ਚੁੱਕਾਂ ਦੀ ਖੇਮਾ ਕਰਨੀ ਸਤਿਗੁਰੂ ਤੇ ਸਤਿਗੁਰੂ ਦੀ ਸੰਗਤ ਬਖਸ਼ਿੰਦਾ ਬਖਸ਼ ਲੈਣਾ ਜੀ। ਜਿਹਾ ਬੀਜੈ ਸੋ ਲੁਣਾ ਕਰਮਾ ਸੰਦੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਥ ਪ੍ਰਭ ਦੇਤ। ਸੇ ਭਾਦੋਏ ਨਰਕ ਨ ਪਾਈਐ ਗੁਰ ਰਖਣ ਵਾਲਾ ਹੇਤੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।